रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਗਟ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 9 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ। इस प्रोग्राम दे विच असीं गलबात करदे हुन्ने आ अपने आले दुआले वापरदियां घटनावां बारे। सब तो पहला स्वागत करदे आ डॉक्टर पुरेवाल जी दा। डॉक्टर जी तुहाडा स्वागत है। गुड मॉर्निंग। गुड मॉर्निंग। ते खबरां दी शुरुआत आपां अज सरी तो करनी आ ते सरी दे मेयर डग मैकलम दा जो ट्रायल है वो शुरू होण जा रिहा। सब तो पहला अपने ਸਰੋਤਿਆਂ ਨੂੰ ਇਹ पूरे केस बारे दस दो, याद करवा दो उन्होंने कि उन्होंने ते मिसचीफ दे चार्ज ਜਿਹੜੇ ਲੱਗੇ ਐਗਜ਼ੈਕਟਲੀ ਹੋਇਆ ਕੀ ਸੀ। ਐਗਜ਼ੈਕਟਲੀ ਅਸੀਂ ਚਲੋ ਘਰੋਂ ਹੀ ਸ਼ੁਰੂ ਕਰਦੇ ਹਾਂ, ਸਰੀ ਤੋਂ ਸ਼ੁਰੂ ਕਰਦੇ ਹਾਂ। ਹਾਂਜੀ। ਕਿ ਅੱਜ ਜਿਹੜੀ ਸਰੀ ਦੇ ਮੇਅਰ ਤੇ ਪਬਲਿਕ ਮੈਸਚਿਫ ਦੇ ਚਾਰਜ ਲੱਗੇ ਨੇ, ਇਹ ਇੱਕ ਬੱਚਿਆਂ ਵਾਲੀ ਗੱਲ ਹੈ ਵੈਸੇ ਦੇਖਣ ਵਾਲੀ ਗੱਲ। ਕਈ ਵਾਰੀ ਜਿਹੜੇ ਅਸੀਂ ਤਾਂ ਮੈਂ ਤਾਂ ਬਾਪ ਹਾਂ, ਮੈਨੂੰ ਪਤਾ ਵੀ ਬੱਚੇ ਕਈ ਵਾਰੀ ਬਾਹਰ ਖੇਲਦੇ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਬੱਚਾ ਦੌੜਾ ਆਊਗਾ, ਉਹ ਕਹੂਗਾ ਦੂਜੇ ਨੇ ਮੇਰੀ ਲੱਤ ਤੋੜ ਦਿੱਤੀ। ਹੁਣ ਤੁਸੀਂ ਬੱਚੇ ਨੂੰ ਝੂਠ ਬੋਲਣਾ ਨਹੀਂ ਆਉਂਦਾ ਨਾ, ਜੇ ਤੇਰੀ ਲੱਤ ਤੋੜੀ ਹੋਵੇ ਤੂੰ ਨੱਠ ਕੇ ਤਾਂ ਅੰਦਰ ਆ ਜਾਵੇਂ। ਹਾਂਜੀ। ਉਹਦਾ ਮਤਲਬ ਹੁੰਦਾ ਵੀ ਬਹੁਤ ਵੱਡੀ ਗੱਲ ਕਵਾਂ ਤਾਂ ਕਿ ਇਹ ਦੂਜੇ ਦੇ ਜਾ ਕੇ ਇੱਕ ਥੱਪੜ ਛੱਡ ਦੇਵੇ। ਇਦਾਂ ਦਾ ਝੂਠ ਮੇਅਰ ਸਾਡੇ ਡਗ ਮੈਕਲਮ ਨੇ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਇੱਕ ਔਰਤ ਨੇ ਮੇਰੇ ਦੇ ਪੈਰਾਂ ਤੇ ਕਾਰ ਚੜਾਤੀ, ਜਿਹੜੀ ਝੂਠੀ ਗੱਲ ਸੀ। ਹਾਂਜੀ। ਹੁਣ ਜੇ ਤੁਸੀਂ ਪੁਲਿਸ ਦੇ ਕੋਲ ਰਿਪੋਰਟ ਲਿਖਾਉਂਦੇ ਆ ਕਿ ਫਲਾਨਾ ਬੰਦਾ ਮੈਨੂੰ ਆਹ ਕਰਦਾ, ਫਲਾਨਾ ਆਹ ਕਰਦਾ, ਤੇ ਇਹ ਇੱਕ ਪਬਲਿਕ ਇੰਸਟੀਟਿਊਸ਼ਨ ਹੈ ਜਿਸ 'ਚੋਂ ਅਸੀਂ ਟੈਕਸ ਪੇਅਰ ਉਹਨੂੰ ਪੈਸੇ ਦਿੰਦੇ ਆ ਲੋਕਾਂ ਨੂੰ। ਇਹ RCMP ਸਾਡੀ ਪੁਲਿਸ ਫੋਰਸ ਹੈ ਜੀ। ਜਿਵੇਂ ਤੁਸੀਂ ਮੈਂਸ਼ਨ ਕੀਤਾ, ਮੈਂ ਨਾ ਵੀਡੀਓ ਦੇਖੀ ਸੀ, ਉਹ ਚੰਗੀ ਤਰ੍ਹਾਂ ਐਕਸਪਲੇਨ ਕਰ ਰਹੇ ਸੀ ਕਿ ਮੈਂ ਇੱਧਰ ਨੂੰ ਜਾ ਰਿਹਾ ਸੀ, ਮੇਰਾ ਪੈਰ ਇੱਥੇ ਸੀ, ਇਸ ਤਰੀਕੇ ਨਾਲ ਮੇਰੇ ਪੈਰ ਦੇ ਉੱਤੇ ਗੱਡੀ ਚੜੀ। ਉਹਨਾਂ ਨੇ ਪੂਰਾ ਐਕਸਪਲੇਨ ਕੀਤਾ, ਸਾਰੇ ਜਿਹੜੇ ਛੋਟੇ ਛੋਟੇ ਪੁਆਇੰਟਸ ਨੇ, ਜਿਵੇਂ ਕਿ ਬੰਦਾ ਪਹਿਲਾਂ ਸਟੋਰੀ ਨਹੀਂ ਤਿਆਰ ਕਰ ਲੈਂਦੇ ਆਪਾਂ। ਝੂਠ ਬੋਲਣ ਲਈ ਕਹਿੰਦੇ ਹੁੰਦੇ ਨੇ ਡਿਟੇਲ ਦੀ ਲੋੜ ਹੈ। ਪੂਰੀ ਡਿਟੇਲਿੰਗ ਸੀ ਉਹਨਾਂ ਦੀ ਸਟੋਰੀ 'ਚ, ਜਿਹੜੀ ਮੈਂ ਵੀਡੀਓ ਦੇਖੀ ਸੀ ਪੂਰੀ ਡਿਟੇਲ ਸੀ ਉਹਦੇ ਵਿੱਚ ਜੀ। ਉਹਨਾਂ ਨੇ ਹੁਣ ਪੁਲਿਸ ਦੇ ਕੋਲ ਤੁਸੀਂ ਕੇਸ ਫਾਈਲ ਕਰਦੇ, ਪੁਲਿਸ ਨੂੰ ਤਾਂ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ ਨਾ। ਹਾਂਜੀ। ਉਹ ਕੇਸ ਵੀ ਉਹਨਾਂ ਨੇ ਆਪੇ ਫਾਈਲ ਕੀਤਾ ਸੀ। ਉਹਨਾਂ ਨੇ ਫਾਈਲ ਕੀਤਾ, ਪੁਲਿਸ ਵਾਲੇ ਫਿਰ ਦੇਖਦੇ ਆ ਵੀ ਉਹਨਾਂ ਨੇ ਰਿਸੋਰਸਸ ਲਾਏ, ਉਹਨਾਂ ਨੇ ਪੁਲਿਸ ਆਫੀਸਰਸ ਨੂੰ ਫਾਈਲ ਦਿੱਤੀਆਂ ਆ, ਇਹ ਸਾਡੇ ਪੈਸੇ ਜਿਹੜੇ ਟੈਕਸ ਪੇਅਰਸ ਦੇ ਪੈਸੇ ਤੁਹਾਡੀ ਜੇਬ ਦੇ ਵਿੱਚੋਂ ਜਾ ਰਹੇ ਆ। ਉਹ ਹੋਰ ਕ੍ਰਾਈਮ ਵੀ ਫਾਈਟ ਕਰ ਸਕਦੇ ਉਸ ਸਮੇਂ ਦੇ ਵਿੱਚ। ਉਹਨਾਂ ਦਾ ਸਮਾਂ ਇਹ ਝੂਠੇ ਮੁਕੱਦਮੇ ਤੇ ਲੱਗ ਰਿਹਾ, ਝੂਠੇ ਚਾਰਜਸ ਤੇ ਲੱਗ ਰਿਹਾ, ਤਾਂ ਉਹਨਾਂ ਨੇ ਫਿਰ ਚਾਰਜ ਮੇਅਰ ਤੇ ਲਾਤਾ ਵੀ ਇਹ ਜਿਹੜੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਵਿੱਚ ਤਾਂ ਕੋਈ ਨਹੀਂ, ਕਿਸੇ ਦੇ ਪੈਰ ਨਹੀਂ ਦੱਬ ਹੋਇਆ, ਕੋਈ ਕਾਰ ਨਹੀਂ ਚਲਾਈ ਕਿਸੇ ਨੇ। ਏਦਾਂ ਜਿਹੜੀਆਂ ਡਿਟੇਲਸ ਤੁਸੀਂ ਦਿੱਤੀਆਂ ਉਹ ਸਾਡੇ ਹਿਸਾਬ ਨਾਲ ਠੀਕ ਨਹੀਂ ਹੈ। ਸੋ ਪਬਲਿਕ ਮਿਸਚਿਫ ਦਾ ਚਾਰਜ ਇਹ ਆ ਕਿ ਤੁਸੀਂ ਇੱਕ ਡੈਮੇਜ ਕੀਤਾ ਪਬਲਿਕ ਇੰਸਟੀਟਿਊਸ਼ਨ ਨੂੰ ਜੀ। ਤੇ ਉਹਦੇ ਇਹ ਹੈਗਾ ਕ੍ਰਿਮੀਨਲ ਅਪਰਾਧੀ ਮਾਮਲਾ ਹੈ। ਵੈਸੇ ਧਾਰਾ 140 ਜਿਹੜੀ ਕ੍ਰਿਮੀਨਲ ਕੋਡ ਆਫ ਕੈਨੇਡਾ ਦੀ, ਉਹਦੇ ਵਿੱਚ ਹਾਈਬ੍ਰਿਡ ਮੁਕੱਦਮਾ ਹੈ। ਪਹਿਲੇ ਦੇ ਵਿੱਚ ਅਸੀਂ ਜਿਹੜੇ ਪੁਰਾਣੇ ਸਮੇਂ ਦੇ ਇਹ ਨੰਬਰ ਦਿੱਤੇ ਆ, 5000 ਤੋਂ ਥੱਲੇ ਦਾ ਹੋਵੇ ਤਾਂ ਸਮਰੀ ਮੁਕੱਦਮਾ ਹੁੰਦਾ, 5000 ਤੋਂ ਜ਼ਿਆਦਾ ਹੋਵੇ ਤਾਂ ਜਿਹੜਾ ਜ਼ਿਆਦਾ ਸੀਰੀਅਸ ਹੋਵੇ ਉਹਨੂੰ ਅਸੀਂ ਇੰਡਾਈਟੇਬਲ ਕਹਿੰਦੇ ਹਾਂ। ਹੁਣ ਇਹਨਾਂ ਦੇ ਜਦੋਂ ਤੁਸੀਂ ਜੇ ਫਾਰ ਐਗਜ਼ਾਮਪਲ ਜੇ ਤੁਸੀਂ ਮੇਰੀ ਲੱਤ ਤੋੜ ਦਿੱਤੀ ਹੈ, ਇਹ ਇੰਡਾਈਟੇਬਲ ਹੈ। ਜੇ ਮੇਰੇ ਤੇ ਜੱਜ ਨੇ ਇੱਕ ਕੰਡੀਸ਼ਨ ਲਾਈ ਹੈ ਵੀ ਤੂੰ ਰਾਤ ਨੂੰ 7 ਵਜੇ ਤੋਂ ਬਾਅਦ ਬਾਹਰ ਨਹੀਂ ਘਰੋਂ ਜਾ ਸਕਦਾ, ਤੇ ਮੈਂ ਉੱਥੇ ਵਾਲਮਾਰਟ 'ਚ ਤੁਰਿਆ ਫਿਰਾਂ 8:30 ਵਜੇ, ਉਹ ਇੱਕ ਸਮਰੀ ਕਨਵਿਕਸ਼ਨ ਹੈ। ਉਹ ਮਤਲਬ ਇੰਨੀ ਸੀਰੀਅਸ ਗੱਲ ਨਹੀਂ। ਹੁਣ ਜਦੋਂ ਪਹਿਲੀ ਪੇਸ਼ੀ ਇਹਨਾਂ ਦੀ ਹੋਈ ਆ ਅਦਾਲਤ ਦੇ ਵਿੱਚ, ਉਸ ਵੇਲੇ ਕਰਾਊਨ ਲਾਇਰ ਨੂੰ, ਜਿਹੜਾ ਕਿ RCMP ਜਿਹੜੀ ਇਨਵੈਸਟੀਗੇਸ਼ਨ ਕਰਦੀ, ਸਿਰਫ ਜਿਹੜਾ ਅਗਲਾ ਸਟੈਪ ਹੁੰਦਾ ਉਹ ਹੁੰਦਾ ਕਰਾਊਨ ਜਿਹੜੀ ਸਾਡੀ ਲਾਇਰਸ ਦੇ ਆ, ਉਹ ਜਿਹੜਾ ਜੇ ਉਹਨਾਂ ਨੇ ਮੁਕੱਦਮਾ ਕਿਸੇ ਤੇ ਕਰਨਾ ਜਾਂ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ ਆ। ਤਾਂ ਬਾਅਦ ਦੇ ਵਿੱਚ ਇਹ ਤੀਸਰਾ ਸਟੈਪ ਹੁੰਦਾ ਹੈ ਜੱਜ ਦਾ। ਉਹ ਕੀ ਸੋਚਦਾ ਹੈ, ਉਹ ਦੇਖਦਾ ਸਿਰਫ ਦੋ ਚੀਜ਼ਾਂ। ਜੱਜ ਨੇ ਦੇਖਣਾ ਕਿ ਕਾਨੂੰਨ ਕੀ ਕਹਿੰਦਾ ਤੇ ਸਬੂਤ ਕੀ ਕਹਿੰਦੇ ਆ।
ਕਿ ਇਹਨਾਂ ਦੇ ਕੋਲ ਸਬੂਤ ਪੇਸ਼ ਕੀਤੇ ਕਿ ਇਸ ਬੰਦੇ ਨੇ ਇਹ ਕ੍ਰਿਮੀਨਲ ਕੇਸ ਕਰਕੇ ਬਿਯੋਂਡ ਅ ਰੀਜ਼ਨੇਬਲ ਡਾਊਟ, ਜਿਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਬੰਦੇ ਨੇ ਸ਼ਰੇਆਮ ਝੂਠ ਬੋਲਿਆ। ਹੁਣ ਪਹਿਲੀ ਵਾਰ ਉਹਨਾਂ ਨੇ ਡਿਸਾਈਡ ਕਰਨਾ ਸੀ, ਜਿਸ ਵੇਲੇ ਜੱਜ ਦੇ ਕੋਲ ਗਏ ਨੇ, ਦੋ ਗੱਲਾਂ ਉਹ ਪਹਿਲਾਂ ਪੁੱਛਦੇ ਨੇ ਡਗ ਮਕਲਮ ਨੂੰ ਕਿ ਤੁਸੀਂ ਗਿਲਟੀ ਪਲੀ ਕਰਦੇ ਆ ਕਿ ਨਾਟ ਗਿਲਟੀ ਪਲੀ ਕਰਦੇ ਆ, ਇਹਦੇ ਵਿੱਚ ਤੁਸੀਂ ਦੋਸ਼ੀ ਆਪਣੇ ਆਪ ਨੂੰ ਕਹਿੰਦੇ ਆ। ਬਹੁਤੇ ਲਾਇਰ ਜਿਹੜੇ ਆ ਉਹ ਤਾਂ ਨੈਗੋਸ਼ੀਏਟ ਕਰਦੇ ਆ ਕਰਾਊਨ ਦੇ ਨਾਲ, ਉਹ ਤੁਹਾਨੂੰ ਕਹਿਣਗੇ ਤੂੰ ਦੋਸ਼ੀ ਕਰਦੀ, ਤੈਨੂੰ ਘੱਟ ਸਜ਼ਾ ਦਵਾਵਾਂਗੇ। ਇਹਦਾ ਮਤਲਬ ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ। ਜੇ ਤੁਹਾਡਾ ਲਾਇਰ ਕਹਿੰਦਾ ਨਹੀਂ ਦੋਸ਼ੀ, ਤਾਂ ਹੀ ਤਾਂ ਤੈਨੂੰ ਮੈਂ ਹਾਇਰ ਕੀਤਾ, ਪੈਸੇ ਤਾਂ ਹੀ ਦੇ ਰਿਹਾ ਤੈਨੂੰ, ਤੁਸੀਂ ਕਹੋ ਵੀ ਮੈਂ ਨਹੀਂ ਦੋਸ਼ੀ ਤੇ ਮੈਂ ਉਹ ਸਾਬਤ ਵੀ ਕਰੋ ਵੀ ਮੈਂ ਨਹੀਂ ਦੋਸ਼ੀ, ਕਿਸ ਤਰ੍ਹਾਂ ਮੈਂ ਦੋਸ਼ੀ ਨਹੀਂ ਹਾਂ। ਇਹਨਾਂ ਦੇ ਵਕੀਲ ਨੇ ਵੈਸੇ ਕਿਹਾ ਵੀ ਕੋਈ ਪਲੀ ਨਹੀਂ ਲਈ, ਨਾ ਮੈਂ ਉਹਨਾਂ ਨੇ ਕਿਹਾ ਮੈਂ ਦੋਸ਼ੀ ਹਾਂ ਨਾ ਨਹੀਂ ਦੋਸ਼ੀ। ਇਹਨਾਂ ਨੇ ਕੋਈ ਪਲੀ ਐਂਟਰੀ ਨਹੀਂ ਕੀਤੀ। ਅੱਛਾ, ਜਦੋਂ ਤੁਸੀਂ ਪਲੀ ਐਂਟਰ ਨਹੀਂ ਕਰਦੇ ਉਦੋਂ ਜੱਜ ਵੈਸੇ ਹੀ ਨਾਟ ਗਿਲਟੀ ਲਿਖ ਲੈਂਦਾ ਬਾਈ ਕੀ ਕਹਿੰਦੇ ਹੁੰਦੇ ਆ, ਬਾਈ ਡਿਫਾਲਟ। ਤੇ ਇਵੈਂਚੁਅਲੀ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਗਿਲਟੀ ਆ ਜਾਂ ਨਹੀਂ ਗਿਲਟੀ, ਪਰ ਉਸ ਵੇਲੇ ਪਹਿਲੇ ਦਿਨ ਉਹ ਲਿਖ ਲੈਂਦਾ ਨਾਟ ਗਿਲਟੀ। ਫਿਰ ਉਹ ਪੁੱਛਦਾ ਕਰਾਊਨ ਨੂੰ ਵੀ ਇਹ ਹਾਈਬ੍ਰਿਡ ਕ੍ਰਾਈਮ ਹੈ, ਇਹਦੇ ਵਿੱਚ ਇੰਡਾਈਟੇਬਲ ਕ੍ਰਾਈਮ ਵੀ ਆ, ਸਮਰੀ ਕਨਵਿਕਸ਼ਨ ਵੀ ਆ। ਸਮਰੀ ਕਨਵਿਕਸ਼ਨ ਦੇ ਵਿੱਚ ਹੋ ਸਕਦਾ ਅਸੀਂ ਇਹਨਾਂ ਨੂੰ ਕਹੀਏ ਕਿ ਤੁਸੀਂ ਗੁਰਦੁਆਰੇ ਜਾ ਕੇ ਭਾਂਡੇ ਮਾਂਜੋ, ਮਤਲਬ ਕਮਿਊਨਿਟੀ ਸਰਵਿਸ, ਬਿਲਕੁਲ ਕਮਿਊਨਿਟੀ ਸਰਵਿਸ ਥੋੜੀ ਜਿਹੀ ਹੋਵੇ ਤਾਂ ਹੋ ਸਕਦਾ ਅਸੀਂ 6 ਮਹੀਨੇ ਦੀ ਸਜ਼ਾ ਵੀ ਦੇ ਦਈਏ। ਪਰ ਜਿਹੜਾ ਇੰਡਾਈਟੇਬਲ ਕ੍ਰਾਈਮ ਆ ਉਹਦੇ ਵਿੱਚ ਅਪ ਟੂ 5 ਇਅਰਸ ਇਹਦੇ ਵਿੱਚ ਹੋ ਸਕਦੀ ਹੈ, 5 ਸਾਲ ਜੇਲ੍ਹ ਜਾ ਸਕਦੇ ਹੈ। ਫਿਰ ਉਹ ਕਰਾਊਨ ਕਾਰਪੋਰੇਸ਼ਨ ਨੇ ਪਿਛਲੀ ਵਾਰ ਕਿਹਾ ਕਿ ਨਹੀਂ ਅਸੀਂ ਸਮਰੀ ਕਨਵਿਕਸ਼ਨ ਕਰਨੀ ਹੈ। ਇਹਦਾ ਮਤਲਬ ਉਹਨਾਂ ਨੇ ਇੰਡਾਈਟੇਬਲ ਅਫੈਂਸ ਨਹੀਂ ਇਹਨੂੰ ਕਿਹਾ ਜੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਿਯੋਂਡ ਅ ਰੀਜ਼ਨੇਬਲ ਡਾਊਟ ਪ੍ਰੂਵ ਕਰਨਾ ਬਹੁਤ ਔਖਾ ਹੈ। ਸੋ ਹੁਣ ਜਿਹੜਾ ਮੁਕੱਦਮਾ ਚੱਲਣਾ ਆ ਇਹ ਤਾਂ ਹੈਗਾ ਲੀਗਲ ਹਿੱਸਾ ਇਹਦਾ ਇੱਕ ਪਾਸਾ, ਹਾਂਜੀ, ਕਿ ਲੀਗਲੀ ਇਹਨਾਂ ਦੇ ਨਾਲ ਕੀ ਹੋਣਾ ਉਹ ਅਗਲੇ 5 ਦਿਨਾਂ ਦੇ ਵਿੱਚ ਜਿਹੜਾ ਜਦੋਂ ਮੁਕੱਦਮਾ ਚੱਲਣਾ ਕਰਾਊਨ ਨੂੰ, ਕਿਉਂਕਿ ਕਰਾਊਨ ਨੇ ਸਾਬਤ ਕਰਨਾ ਨਾ ਇਹਨਾਂ ਨੇ ਝੂਠ ਬੋਲਿਆ। ਹਾਂਜੀ, ਉਹਨਾਂ ਨੇ ਤਾਂ ਬੋਲ ਦਿੱਤਾ। ਉਹ ਕਹਿੰਦੇ ਕਿ ਮੇਰੇ ਤੇ ਕਾਰ ਚੜਾਉਣ ਲੱਗੇ ਸੀ। ਹਾਂਜੀ, ਤੇ ਹੁਣ ਕਰਾਊਨ ਨੇ ਇਹ ਸਾਬਤ ਕਰਨਾ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀ ਕੀਤੀ ਆ, ਕੀ ਸਬੂਤ ਲੈ ਕੇ ਆਂਦੇ ਆ, ਔਰ ਉਹਨਾਂ ਨੂੰ ਕਹਿੰਦੇ ਕਿ ਇਹ ਮੇਅਰ ਸਾਹਿਬ ਝੂਠ ਬੋਲ ਰਿਹਾ ਹੈ। ਇਹ ਹੋ ਗਿਆ ਲੀਗਲ ਐਸਪੈਕਟ। ਕੀ ਹੋਣਾ ਕੀ ਨਹੀਂ ਉਹ ਤਾਂ ਜੱਜ ਤੇ ਡਿਪੈਂਡ ਕਰਦਾ। ਹਾਂਜੀ, ਜੱਜ ਨੇ ਕੀ ਕਰਨਾ ਹੈ। ਅਸੀਂ ਉਸ ਵੇਲੇ ਹੀ ਕਹਿ ਸਕਦੇ ਹਾਂ ਕਿ ਜੱਜ ਸਾਹਿਬ ਨੇ ਕੀ ਕਿਹਾ, ਪਰ ਇਸ ਵੇਲੇ ਪੁਲਿਸ ਨੇ ਇਹ ਕਹਿਤਾ ਕਿ ਇਹ ਝੂਠ ਬੋਲਦੇ ਆ, ਅਸੀਂ ਚਾਰਜ ਲਾਉਣ ਲੱਗੇ ਹਾਂ। ਇਸ ਲੈਵਲ ਤੇ ਖੜਾ ਹੈ। ਅੱਛਾ, ਦੂਸਰੀ ਇਸ਼ੂ ਆ ਜਾਂਦੀ ਹੈ ਪੋਲੀਟੀਕਲ ਇਸ਼ੂ। ਫਿਰ ਕਿ ਰਾਜਨੀਤਿਕ ਗੱਲ ਹੈ, ਇੱਕ ਮੇਅਰ ਹੈ, ਇਹਨਾਂ ਦੀ ਚਾਹੇ ਉਹਨਾਂ ਨੂੰ ਕੰਮ ਸਜ਼ਾ ਹੋਵੇ ਜਾਂ ਜ਼ਿਆਦਾ ਹੋਵੇ, ਇੱਕ ਡੈਮੇਜ ਹੋ ਚੁੱਕਾ ਹੈ। ਹਾਂਜੀ, ਇੱਕ ਡੈਮੇਜ ਹੋ ਚੁੱਕਾ ਕਿ ਮੇਅਰ ਹੋਣ ਦੇ ਨਾਂ ਤੇ, ਐਗਜ਼ੈਕਟਿਵ ਹੈਡ ਹੋਣ ਦੇ ਨਾਂ ਤੇ ਉਹ ਝੂਠ ਬੋਲ ਰਿਹਾ ਹੈ, ਝੂਠਾ ਮੁਕੱਦਮਾ ਪੇਸ਼ ਕਰ ਰਿਹਾ ਹੈ। ਸਾਡੀ RCMP ਦੇ ਜਿਹੜੇ ਰਿਸੋਰਸਸ ਆ ਕਿਤੇ ਹੋਰ ਲੱਗਣੇ ਚਾਹੀਦੇ ਸੀ, ਉਹ ਆਪਣੇ ਆਪ ਤੇ ਲਾ ਰਹੇ ਆ। ਹੁਣ ਉਹਨਾਂ ਦੀ ਪਾਰਟੀ ਮੈਂ ਦੇਖਦਾ ਕਿ ਉਹ ਕੋਈ ਹੋਰ ਬੰਦਾ ਲੱਭਦੀ ਫਿਰਦੇ ਆ। ਜੇ ਤਾਂ ਉਹਨਾਂ ਨੂੰ ਕੋਈ ਬਹੁਤ ਹੀ ਤਕੜਾ ਬੰਦਾ ਮਿਲ ਜਾਂਦਾ ਜਿਹਦਾ ਇਮੇਜ ਬਹੁਤ ਸਾਫ਼ ਹੈ, ਹੋ ਸਕਦਾ, ਕਿਉਂਕਿ ਅਜੇ ਇਲੈਕਸ਼ਨ ਤਾਂ ਹੋਣੀ ਅਕਤੂਬਰ ਨੂੰ, ਅਕਤੂਬਰ ਤਾਈਂ ਹੋ ਸਕਦਾ ਇਹਨਾਂ ਦੀ ਕਿਸਮਤ ਬਦਲ ਜਾਵੇ। ਪਰ ਲੱਗਦਾ ਨਹੀਂ, ਜਿੱਦਾਂ ਦੇ ਬੰਦੇ ਲਿਆ ਰਹੇ ਆ ਕਿ ਮੇਅਰ ਦੇ ਤਾਂ ਲੋਕਾਂ ਨੂੰ ਸ਼ੱਕ ਪੈ ਗਈ ਆ। ਹੁਣ ਉਹਨਾਂ ਦੇ ਤਾਂ ਨੰਬਰ ਘਟ ਗਏ। ਉਹਨੂੰ ਰਿਪਲੇਸ ਕਰਨ ਲਈ ਜਿਹੜੇ ਬੰਦੇ ਲਿਆ ਰਹੇ ਆ, ਜਿਨ੍ਹਾਂ ਦੇ ਨਾਂ ਆ ਰਹੇ ਆ, ਉਹ ਵੀ ਕੋਈ ਦੁੱਧ ਧੋਤੇ ਨਹੀਂ, ਉਹਨਾਂ ਦੇ ਆਪਣੇ ਪ੍ਰੋਬਲਮ ਪਈਆਂ ਆ। ਲੋਕੀ ਕਹਿਣਗੇ ਵੀ ਨੇਲੇ ਤੇ ਦਿਲ ਆਇਆ, ਬਸ ਹੋਰ ਕੁਛ ਨਹੀਂ। ਅੱਛਾ, ਤੀਸਰੀ ਗੱਲ ਹੈਗੀ ਹੈ ਅਕਸ ਦੀ। ਇਹ ਦੇਖੋ, ਵੈਨਕੂਵਰ ਸਨ ਵਾਲੇ ਇੱਕ ਰਿਪੋਰਟ ਕਰ ਰਹੇ ਸੀ, ਹੁਣ ਆਉਣੇ ਵਾਲੀ ਆ, ਵੈਸੇ ਸਰੀ ਦੀ ਗੱਲ ਕਰ ਰਹੇ ਉਹ ਰਿਪੋਰਟ ਕਾਫੀ ਲੰਬੀ ਚੌੜੀ ਲਿਖ ਰਿਹਾ ਸੀ। ਮੈਨੂੰ ਉਹਨਾਂ ਨੇ ਪੁੱਛਿਆ, ਮੈਂ ਕਿਹਾ ਵੀ ਅਕਸ ਦੀ ਗੱਲ ਹੈ ਸਾਡੇ, ਮੈਂ ਜਦੋਂ ਕ੍ਰਾਈਮ ਰੇਟ ਦੇਖਦਾ ਸਰੀ ਦਾ ਤਾਂ ਵੈਨਕੂਵਰ ਦਾ, ਜਾਂ ਜਿਹੜੀਆਂ ਸਿਟੀਜ਼ ਜਿਨ੍ਹਾਂ ਦੀਆਂ
ਤੁਸੀਂ ਕਹਿ ਲਓ 6 ਤੋਂ 8 ਲੱਖ ਦੀ ਪਾਪੂਲੇਸ਼ਨ ਹੈ ਕੈਨੇਡਾ ਦੀਆਂ ਸਿਟੀਜ਼ ਦੀ ਗੱਲ ਕਰਦੇ ਹਾਂ, ਉਹ ਕੋਈ ਜ਼ਿਆਦਾ ਨਹੀਂ ਹੈ। ਕੈਨੇਡਾ ਦੇ ਵਿੱਚ ਜੇ ਤੁਸੀਂ ਚੈੱਕ ਕਰਨਾ ਹੋਵੇ, ਇਹ ਹਰੇਕ ਸਾਲ ਫਿਗਰਸ ਦਿੰਦੇ ਆ ਪੁਲਿਸ ਐਸੋਸੀਏਸ਼ਨ ਵਾਲੇ, ਉਹਨੂੰ ਕਹਿੰਦੇ ਕ੍ਰਾਈਮ ਸਵੇਅਰਟੀ ਇੰਡੈਕਸ CSI। ਉਹਦੇ ਵਿੱਚ ਉਹ ਦੱਸਦੇ ਆ ਕਿ ਇਹਦਾ ਕਿੰਨਾ ਆ, ਇਹਦਾ ਕਿੰਨਾ ਆ। ਉਹ ਕਿੱਦਾਂ ਗਿਣਦੇ ਆ ਕਿ ਸਭ ਤੋਂ ਪਹਿਲਾਂ ਤਾਂ ਕਿੰਨੀਆਂ ਕਾਲਸ ਆਉਂਦੀਆਂ ਨੇ ਇਹਨਾਂ ਨੂੰ ਪੁਲਿਸ ਨੂੰ, ਉਹਦੇ ਵਿੱਚ ਸੀਰੀਅਸ ਕਾਲਾਂ ਕਿਹੋ ਜਿਹੀਆਂ ਕਿ ਕਾਲਸ ਇਦਾਂ ਦੀਆਂ ਤਾਂ ਨਹੀਂ ਜਿੱਦਾਂ ਦੀਆਂ ਮੇਅਰ ਨੇ ਕੀਤੀਆਂ ਆ ਜੀ, ਉਹਦੇ ਹਿਸਾਬ ਨਾਲ ਡਿਟਰਮਨ ਕਰਦੇ CSI। ਉਸ ਹਿਸਾਬ ਦੇ ਨਾਲ ਸਰੀ ਦਾ ਕੋਈ ਕ੍ਰਾਈਮ ਰੇਟ ਜ਼ਿਆਦਾ ਨਹੀਂ ਹੈ, ਉਹ ਮਤਲਬ ਘੱਟ ਵੀ ਨਹੀਂ ਹੈ ਤੇ ਜ਼ਿਆਦਾ ਵੀ ਨਹੀਂ ਹੈ, ਉਹਨਾਂ ਵੱਡੀਆਂ ਸਿਟੀਜ਼ ਦੇ ਬਰਾਬਰ ਹੀ ਹੈ ਤਕਰੀਬਨ। ਇੱਥੇ ਦਾ ਤਾਂ ਵੈਨਕੂਵਰ ਦਾ ਕੋਈ ਫਰਕ ਨਹੀਂ, ਪਰ ਸਾਡਾ ਇਮੇਜ ਜਿਹੜਾ ਆ ਅਕਸ ਆ ਸਰੀ ਦਾ, ਤੁਸੀਂ ਏਦਾਂ ਸੁਣਦੇ ਆ ਕਿ ਜੇ ਲੈਂਗਲੀ ਤੋਂ ਸਰੀ ਨੂੰ ਪਾਤੀ, ਲੈਂਗਲੀ 'ਚ ਮੀਂਹ ਪੈਂਦਾ ਹੋਣਾ, ਸਰੀ 'ਚ ਗੋਲੀਆਂ ਚੱਲਦੀਆਂ ਹੋਣੀਆਂ, ਲੋਕਾਂ ਦੇ ਮਨ ਦੇ ਵਿੱਚ ਹੈ ਨਾ ਅਕਸ ਜਿਹੜਾ ਆ। ਜਦੋਂ ਸਰੀ ਦੀ ਗੱਲ ਆਉਂਦੀ ਆ, ਬਾਹਰੋਂ ਬੰਦਾ ਆਇਆ ਵੀ ਇਹ ਕਹਿੰਦਾ ਆ, ਔਰ ਵੈਨਕੂਵਰ ਦੇ ਲੋਅਰ ਮੇਨਲੈਂਡ 'ਚ ਵੀ ਇਹ ਕਹਿੰਦਾ ਓਹੋ ਸਰੀ 'ਚ ਰਹਿੰਦੇ ਆ, ਉਹ ਸੋਚਦੇ ਵੀ ਗੋਲੀਆਂ ਤੋਂ ਬਚ ਕੇ ਕਿੱਦਾਂ ਆ ਗਿਆ। ਹੁਣ ਮੈਨੂੰ ਇੱਥੇ ਰਹਿੰਦੇ ਨੂੰ ਕਈ ਸਾਲ ਹੋ ਗਏ, ਹਾਂਜੀ, ਮੈਂ ਤਾਂ ਕਦੇ ਗੋਲੀ ਦੇਖੀ ਨਹੀਂ ਇੱਥੇ। ਮੈਂ ਨਿਊਟਨ 'ਚ ਵੀ ਰਿਹਾ, ਮੈਂ ਬੌਲੀ 'ਚ ਵੀ ਰਿਹਾ, ਮੈਂ ਫਲੀਟਵੁੱਡ ਵੀ ਰਿਹਾ, ਤੇ ਪਰ ਜਿਹੜੀ ਟਾਰਗੇਟਡ ਕਿਲਿੰਗ ਆ ਉਹ ਤਾਂ ਬੰਦਾ ਉਹਨਾਂ ਨੇ ਮਾਰ ਦੇਣਾ ਜਿੱਥੇ ਮਰਜ਼ੀ ਰਹਿੰਦਾ ਹੋਵੇ, ਚਾਹੇ ਉਹ ਸਾਊਥ ਸਰੀ ਰਹਿੰਦਾ ਹੋਵੇ, ਚਾਹੇ ਨਾਰਥ ਸਰੀ ਰਹਿੰਦਾ ਹੋਵੇ, ਚਾਹੇ ਫਲੀਟਵੁੱਡ ਰਹਿੰਦਾ ਹੋਵੇ, ਕਿਤੇ ਵੀ ਹੋਵੇ, ਉਹਨਾਂ ਨੇ ਜਿਹੜਾ ਟਾਰਗੇਟਡ ਕਿਲਿੰਗ ਹੁੰਦੀ ਆ ਉਹ ਮਾਰ ਦੇਣਾ ਉਹਨਾਂ ਨੇ। ਹੁਣ ਉਹਦੇ ਨਾਲ ਇਮੇਜ ਬਣ ਜਾਂਦਾ ਕਿ ਇਸ ਸ਼ਹਿਰ ਦੇ ਵਿੱਚ ਗੋਲੀਆਂ ਜ਼ਿਆਦਾ ਚੱਲਦੀਆਂ, ਇਹ ਇੱਕ ਇਮੇਜ ਹੀ ਆ, ਹੋਰ ਤਾਂ ਕੁਛ ਨਹੀਂ ਹੈ। ਬਾਕੀ ਸ਼ਹਿਰਾਂ 'ਚ ਵੀ ਗੋਲੀਆਂ ਚੱਲਦੀਆਂ ਨੇ, ਬਾਕੀ ਸ਼ਹਿਰਾਂ 'ਚ ਵੀ ਕ੍ਰਾਈਮ ਹੁੰਦਾ ਹੈ। ਸਾਡੇ ਕੈਨੇਡਾ ਦੇ ਵਿੱਚ ਜ਼ਿਆਦਾ ਕ੍ਰਾਈਮ ਪਤਾ ਕੀ ਹੁੰਦਾ? ਕਾਰ ਥਿਫਟ ਦਾ। ਕਾਰਾਂ ਨੂੰ ਤੁਹਾਡੀ ਕਾਰ ਦੇ ਵਿੱਚ 25 ਸੈਂਟ ਪਏ ਆ ਨਾ, ਉਹ ਜਿੱਦਾਂ ਕਹਿੰਦੇ ਹੁੰਦੇ ਆ ਪੰਜਾਬ ਦੇ ਵਿੱਚ, ਚੋਰ ਤਾਂ ਸੰਗਲ ਹੀ ਲੈਣ ਆਇਆ ਸੀ, ਉੱਤੇ ਜਿਹੜਾ ਚਾਰਜ ਲਾਤਾ ਮੱਝ ਚੋਰੀ ਕਰਨ ਦਾ, ਵੈਸੇ ਤਾਂ ਉਹ ਸੰਗਲ ਲਾ ਕੇ ਚੱਲਿਆ ਸੀ, ਤੇ ਇੱਥੇ ਉਹ 25 ਸੈਂਟ ਚੱਕਣ ਆਉਂਦੇ ਆ, ਤੇ ਉਹ ਤੇ ਹੁਣ ਚਾਰਜ ਸੀ ਲਾਉਂਦੇ, ਸ਼ੀਸ਼ਾ ਤੋੜ ਦੇਣਾ। ਸ਼ੀਸ਼ਾ ਦੇ ਲੋ ਕਿੰਨਾ ਮਹਿੰਗਾ ਆ। ਹਾਂਜੀ, ਆਈਡੀਆ ਤਾਂ ਉਹਦਾ 25 ਸੈਂਟ ਚੱਕਣ ਦਾ ਆ। ਸੋ ਲੋਕਾਂ ਨੂੰ ਵੀ ਆਪਣੇ ਥੋੜਾ ਜਿਹਾ ਬੀਵੇਅਰ ਹੋਣਾ ਚਾਹੀਦਾ, ਸਾਵਧਾਨ। ਤੁਸੀਂ ਆਪਣੇ ਪੈਸੇ ਬਾਹਰ ਨਾ ਰੱਖੋ, ਕੋਈ ਏਦਾਂ ਦੀ ਕੀਮਤੀ ਚੀਜ਼, ਕਈ ਫੋਨ ਬਾਹਰ ਛੱਡ ਦਿੰਦੇ, ਹੋਰ ਤਾਂ ਹੋਰ ਜਿਹੜੀਆਂ ਪਾਵਰ ਦੀਆਂ ਸਾਡੀਆਂ ਹੁੰਦੀਆਂ ਚਾਰਜਰ ਜਿਹੜੇ ਆ, ਉਹ ਤੁਸੀਂ ਬਾਹਰ ਛੱਡ ਦਿੰਦੇ, ਉਹ ਵੀ ਕੀਮਤ ਆ। ਤੁਸੀਂ ਦੇਖੋ ਆ ਲੈਸ ਦੇ ਲੋਕੀ ਵੇਚਣ ਲੱਗੇ ਆ, ਚਾਹੇ ਅਗਲੇ ਦੀ 50 ਸੈਂਟਾਂ ਨੂੰ ਵੀ ਵਿਕੇ, ਚਾਹੇ 75 ਸੈਂਟਾਂ ਨੂੰ ਵਿਕੇ, ਉਹ ਤਾਂ ਮੁਫਤ ਦੀ ਆ ਉਹਦੀ। ਸੋ ਇਸ ਕਰਕੇ ਇਸ ਤਰ੍ਹਾਂ ਦਾ ਕ੍ਰਾਈਮ ਬਹੁਤ ਜ਼ਿਆਦਾ ਹੈ। ਫਿਰ ਸਾਡੇ ਘਰਾਂ ਦੇ ਵਿੱਚ ਬਹੁਤ ਕ੍ਰਾਈਮ ਹੈਗਾ। ਘਰਾਂ ਦਾ ਜਿਹੜਾ ਲੋਕੀ ਦਰਵਾਜ਼ਾ ਖੁੱਲ੍ਹਾ ਛੱਡ ਦਿੰਦੇ ਆ, ਲੋਕੀ ਬਹੁਤ ਜਿਹੜੀ ਫਸਟ ਫਲੋਰ ਤੇ ਬਹੁਤ ਲੋਕੀ ਆਪਣੀਆਂ ਵਿੰਡੋਜ਼ ਜਾਂ ਜਿਨ੍ਹਾਂ ਨੂੰ ਅਸੀਂ ਖਿੜਕੀਆਂ ਕਹਿੰਦੇ, ਖਿੜਕੀਆਂ ਛੁੱਡੀਆਂ, ਉਹ ਆਪਣੇ ਚਿੱਤ ਤਾਂ ਬੰਦ ਕਰਕੇ ਜਾਂਦੇ ਆ, ਪਰ ਉਹਨੂੰ ਲੌਕ ਨਹੀਂ ਲਾਉਂਦੇ। ਲੌਕ ਵੀ ਇਦਾਂ ਦਾ ਹੁੰਦਾ, ਕਈ ਜਿਹੜੇ ਬੰਦੇ ਵਿੰਡੋਜ਼ ਕੰਮ ਕਰਦੇ ਆ ਉਹਨਾਂ ਨੂੰ ਖੋਲ੍ਹਣਾ ਆਉਂਦਾ ਹੈ। ਹਾਂਜੀ, ਇਹ ਤੁਸੀਂ ਦੇਖਿਆ ਹੋਣਾ ਬਹੁਤ ਥਾਂ ਤੇ ਲੌਕ ਵੀ ਤਾਂ ਕੀ ਕਹਿੰਦੇ ਤੇ ਸਾਧਾਂ ਲਈ ਹੈ ਨਾ। ਹਾਂਜੀ, ਬਿਲਕੁਲ ਸਹੀ। ਕਈ ਚੋਰਾਂ ਲਈ ਵੀ ਨਹੀਂ ਹੈ, ਕਈ ਤਰ੍ਹਾਂ ਦੇ ਕਈ ਜਗ੍ਹਾ ਤੇ ਲੌਕ ਵੀ ਇਦਾਂ ਦੇ ਲਾਏ ਆ, ਉਹ ਤੋੜਨੇ ਕੋਈ ਔਖੇ ਨਹੀਂ। ਜੀ ਜੀ। ਸੋ ਇਹੋ ਜਿਹੀਆਂ ਗੱਲਾਂ ਦਾ ਕਰਕੇ ਅਕਸ ਬਣਿਆ ਆ। ਪਰ ਕੀ ਇੱਕ ਜਿਹੜਾ ਸਿਟੀ ਦਾ ਮੇਅਰ ਹੋਵੇ, ਜ਼ਿੰਮੇਵਾਰ ਇਨਸਾਨ, ਉਹਦੇ ਤੇ ਝੂਠ ਬੋਲ ਕੇ ਇੱਕ ਮੁਕੱਦਮਾ ਕਰਨ ਦਾ ਇਲਜ਼ਾਮ ਹੋਵੇ, ਉਹਦਾ ਅਕਸ ਕੀ ਸਿਟੀ ਦਾ ਬਣੂਗਾ? ਜੀ ਬਿਲਕੁਲ। ਮੈਂ ਉਹਨਾਂ ਬੰਦੇ ਨਾਲ ਗੱਲ ਕਰਦਾ ਸੀ, ਰਿਪੋਰਟਰ ਨਾਲ ਇੱਕ ਨਾ, ਮੈਂ ਕਿਹਾ ਜੇ ਸਿਟੀ ਦੇ ਵਿੱਚ ਸਾਡੇ ਮੇਅਰ ਤੇ ਚਾਰਜਸ ਲੱਗੇ ਹੋਣ, ਵੀ ਤੁਸੀਂ ਇਮੇਜਿਨ ਕਰ ਸਕਦੇ ਆ ਕਿਸੇ, ਜੇ ਹੁਣ ਚਲੋ ਪ੍ਰਾਈਮ ਮਿਨਿਸਟਰ ਦੇ ਵਿੱਚ ਸਾਡੇ 3600 ਗਲਤੀਆਂ ਹੋਣ, ਪਰ ਮਾੜੀ ਜੀ ਗਲਤ ਉਹਨਾਂ ਤੇ ਚਾਰਜ ਲੱਗਾ ਹੋਵੇ ਵੀ ਜਸਟਿਨ ਟਰੂਡੋ ਨੇ ਫਲਾਣੇ ਥਾਂ ਫਲਾਣੇ ਦੇ ਮੁੱਕਾ ਮਾਰਿਆ, ਜਾਂ ਉਹਨੇ ਮੁੱਕਾ ਮਾਰਿਆ ਨਹੀਂ ਤੇ ਇਹਨੇ ਕਹਿਤਾ ਮੇਰੇ ਇਹ ਤੇ ਚਾਰਜ ਲਵਾਉਣ ਲਈ,
ਇਦਾਂ ਦਾ ਬਿਲਕੁਲ ਘਟੀਆ ਜਿੱਦਾਂ ਬੱਚਿਆਂ ਦੀ ਗੱਲ ਹੁੰਦੀ ਹੈ, ਮੇਰੀ ਲੱਤ ਤੋੜ ਦਿੱਤੀ, ਦੌੜ ਕੇ ਆ ਗਈ। ਇਹ ਦੌੜ ਕੇ ਆ ਕੇ ਇਹਨਾਂ ਨੇ ਕਿਹਾ ਵੀ ਮੇਰੀ ਲੱਤ ਤੋੜ ਦਿੱਤੀ ਹੈ। ਸੋ ਉਹੋ ਜਿਹੀ ਅਕਸ ਜਿਹੜਾ ਆ, ਇਹਦੇ ਵੱਖ-ਵੱਖ ਐਂਗਲਸ ਵੱਲੋਂ ਇਹ ਹਰ ਪੱਖੋਂ ਮਾੜੀ ਗੱਲ ਹੈ। ਜੀ ਬਿਲਕੁਲ, ਬਹੁਤ ਜ਼ਿਆਦਾ ਮਾੜੀ ਗੱਲ ਆ, ਕਿਉਂਕਿ ਦੇਖੋ ਸ਼ਹਿਰ ਦੇ ਲੋਕ ਜਦੋਂ ਕਿਸੇ ਬੰਦੇ ਨੂੰ ਚੁਣਦੇ ਆ ਉਹਨਾਂ ਦੀਆਂ ਕਾਫੀ ਸਾਰੀਆਂ ਉਮੀਦਾਂ ਹੁੰਦੀਆਂ, ਥੋੜ੍ਹੀਆਂ ਰਿਸਪੌਂਸਿਬਿਲਿਟੀਜ਼ ਬਣ ਜਾਂਦੀਆਂ ਨੇ। ਹੁਣ ਜੇ ਇੱਕ ਸ਼ਹਿਰ ਦਾ ਮੇਅਰ ਹੋ ਕੇ ਝੂਠੀਆਂ ਕਹਾਣੀਆਂ ਬਣਾਵੇ ਤਾਂ ਫਿਰ ਇਹਦੇ ਨਾਲੋਂ ਮੰਦਭਾਗਾ ਕੁਛ ਨਹੀਂ ਹੋ ਸਕਦਾ। ਫਿਰ ਤਾਂ ਆਪਣਾ ਜਿਹੜਾ ਅਕਸ ਹੈਗਾ ਨਾ, ਉਹਨੂੰ ਜੇ ਕੋਈ ਬੰਦਾ ਸਹੀ ਕਰਨ ਦੀ ਵੀ ਕੋਸ਼ਿਸ਼, ਇਹੋ ਜਿਹੇ ਜੇ ਆਪਾਂ ਸੋਚਦੇ ਕਿ ਮੇਅਰ ਇਹੋ ਜਿਹੀਆਂ ਕਹਾਣੀਆਂ ਘੜ ਰਿਹਾ ਤਾਂ ਫਿਰ ਆਪਾਂ ਸ਼ਹਿਰ ਦੇ ਅਕਸ ਬਾਰੇ ਕਿਵੇਂ ਕਹਿ ਸਕਦੇ ਹਾਂ ਜੀ ਇਹ ਬਹੁਤ ਵਧੀਆ ਹੋ ਸਕਦਾ, ਕਿਉਂਕਿ ਅਕਸ ਤਾਂ ਮੇਅਰ ਨੇ ਵਿਗਾੜ ਕੇ ਰੱਖ ਦਿੱਤਾ, ਸ਼ਹਿਰ ਦਾ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਜੀ। ਕਹਿੰਦੇ ਹੁੰਦੇ ਕਿ ਝੂਠ ਦੇ ਪੈਰ ਨਹੀਂ ਹੁੰਦੇ, ਤੇ ਡੱਗ ਮਕੱਲਮ ਸਾਹਿਬ ਦੇ ਪੈਰ ਦਾ ਹੀ ਸਾਰਾ ਮਸਲਾ ਸੀ ਜੀ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗੜ ਦੇ ਨਾਲ। ਡਾਕਟਰ ਸਾਹਿਬ, ਰੁੱਖ ਕਰਦੇ ਆ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਵਾਸ਼ਿੰਗਟਨ ਸਟੇਟ ਦੇ ਨਾਲ। ਲੈਜਿਸਲੇਟਿਵ ਸੈਸ਼ਨ ਦੇ ਵਿੱਚ ਦੱਸੋ ਜੀ ਕੀ ਹੋਇਆ ਉੱਥੇ? ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਸੀ ਗਵਰਨਰ ਇੰਸਲੀ ਨੇ ਹਾਈ ਕਪੈਸਿਟੀ ਗਨ ਮੈਗਜ਼ੀਨਸ ਤੇ ਪਾਬੰਦੀ ਲਾਈ ਹੈ। ਇਹ ਹਮੇਸ਼ਾ ਇੱਕ ਇਸ਼ੂ ਰਹੀ ਆ US ਦੇ ਵਿੱਚ ਕਿ ਲੋਕੀ ਬਹੁਤ ਗਨਜ਼ ਵਰਤਦੇ ਨੇ, ਗਨ ਦੇ ਨਾਲ ਕਿਲਿੰਗ ਬੜੀਆਂ ਹੁੰਦੀਆਂ ਬੰਦੂਕਾਂ ਦੇ ਨਾਲ। ਤਾਂ ਉਹਦੇ ਬਾਰੇ ਇੱਕ ਤਾਂ ਇਸ਼ੂ ਹੈਗੀ ਹੈ ਕਿ ਸੈਕੰਡ ਅਮੈਂਡਮੈਂਟ ਜਿਹੜੀ ਉਹਨਾਂ ਦੀ ਸੰਵਿਧਾਨ ਦੀ, ਉਹ ਕਹਿੰਦੇ ਕਿ ਯੂ ਹੈਵ ਦ ਰਾਈਟ ਟੂ ਬੇਅਰ ਆਰਮਸ। ਅੱਛਾ, ਇਹ ਉਸ ਜ਼ਮਾਨੇ ਦੀ ਲਿਖੀ ਆ ਸੰਵਿਧਾਨ ਦੇ ਵਿੱਚ, ਜਦੋਂ ਅੰਗਰੇਜ਼ ਆਉਂਦੇ ਸੀ, ਇਹ ਜਦੋਂ ਲੜੇ ਆ ਉਹਨਾਂ ਦੇ ਖਿਲਾਫ ਅੰਗਰੇਜ਼ਾਂ ਦੇ, ਇਹ ਉਦੋਂ ਇਹਨਾਂ ਨੇ ਜਿਹੜੇ US ਦੇ ਫਰੀडम ਫਾਈਟਰ ਸੀ, ਜਾਂ ਇਹਨਾਂ ਦੇ ਤੁਸੀਂ ਕਹਿ ਲਓ ਫਾਦਰਸ ਆਫ ਨੇਸ਼ਨ, ਇਹਨਾਂ ਨੇ ਇਹ ਸੋਚਿਆ ਕਿ ਜੇ ਸਾਰੇ ਲੋਕੀ ਆਰਮਡ ਹੋਣ ਫੇਰ ਤਾਂ ਕਿਹਨਾਂ ਲੜਨਗੇ। ਤੇ ਉਹਨਾਂ ਨੇ ਲਿਖਿਆ ਕਿ ਹਰ ਇੱਕ ਵਿਅਕਤੀ ਜਿਹੜਾ US ਦੇ ਵਿੱਚ, ਉਹਨੂੰ ਹੱਕ ਹੈ ਕਿ ਉਹ ਆਪਣੇ ਆਪ ਕੋਲ ਹਥਿਆਰ ਰੱਖੇ, ਸੈਲਫ ਡਿਫੈਂਸ ਲਈ। ਸੈਲਫ ਡਿਫੈਂਸ ਕਿਹਨਾਂ ਤੋਂ ਸੀ? ਅੰਗਰੇਜ਼ ਆਉਂਦੇ ਸੀ, ਬ੍ਰਿਟਿਸ਼ ਇਹਨਾਂ ਦੇ ਕਲੋਨੀਅਲ ਰਾਜ ਸੀ ਇਹਨਾਂ ਦੇ। ਹੁਣ ਇਹਨਾਂ ਨੂੰ ਚੇਤਾ ਆਉਣਾ ਚਾਹੀਦਾ ਵੀ ਉਹ ਤਾਂ ਮੁੜ ਕੇ ਆਏ ਹੀ ਨਹੀਂ। ਹੁਣ ਤਾਂ ਤੁਸੀਂ ਆਜ਼ਾਦ ਮੁਲਕ ਹੈ ਨਾ, ਉਹਨਾਂ ਨੇ ਚੇਂਜਸ ਕੀਤੀਆਂ ਨਹੀਂ ਕੋਈ। ਉਹ ਅਜੇ ਤੱਕ ਦੋਹਾਂ ਪਾਰਟੀਆਂ ਚੋਂ ਕੋਈ ਵੀ ਪਾਰਟੀ ਉਹਦੇ ਖਿਲਾਫ ਨਹੀਂ ਬੋਲਦੀ। ਤੁਸੀਂ ਸੁਣਿਆ ਹੋਣਾ ਜਦੋਂ ਡਿਬੇਟ ਹੁੰਦਾ ਸੀ ਟਰੰਪ ਦੇ ਪਿਛਲੇ ਜਿਹੜੇ ਸਪੋਰਟਰ ਜ਼ਿਆਦਾ ਸੀ ਉਹ ਨੈਸ਼ਨਲ ਰਾਈਫਲ ਐਸੋਸੀਏਸ਼ਨ ਵਾਲੇ NRA ਵਾਲੇ ਸੀ ਜੀ। ਹਿਲਰੀ ਕਲਿੰਟਨ ਨੇ ਵੀ ਉਹਦੇ ਖਿਲਾਫ ਨਹੀਂ ਗੱਲ ਕੀਤੀ, ਉਹਨੇ ਸੈਕੰਡ ਅਮੈਂਡਮੈਂਟ ਦੇ ਕੋਈ ਖਿਲਾਫ ਨਹੀਂ ਬੋਲਿਆ। ਉਹਨੇ ਕਿਹਾ ਹਾਂ ਲੋਕਾਂ ਨੂੰ ਹੱਕ ਹੈ। ਔਰ ਦੂਸਰੀ ਗੱਲ, US ਦੇ ਵਿੱਚ ਪ੍ਰਾਈਵੇਟ ਕੰਪਨੀਆਂ ਤੇ ਇਹਨਾਂ ਦੀਆਂ ਪਬਲਿਕ ਕੰਪਨੀਆਂ ਇੰਨੇ ਹਥਿਆਰ ਬਣਾਉਂਦੀਆਂ ਨੇ, ਜੇ ਤੁਸੀਂ ਸਾਰੇ ਦੁਨੀਆ ਦੀਆਂ ਮਿਲਟਰੀਜ਼ ਨੂੰ ਇਕੱਠੀਆਂ ਕਰ ਲਓ ਨਾ, ਉਹਨਾਂ ਦੇ ਹਥਿਆਰਾਂ ਤੋਂ ਜ਼ਿਆਦਾ ਹਥਿਆਰ ਇਹਨਾਂ ਦੇ ਸਿਵਿਲੀਅਨ ਕੋਲ ਆ ਜੀ। ਇੰਨੇ ਹਥਿਆਰ ਇਹਨਾਂ ਦੇ ਕੋਲ। ਹੁਣ ਜਿਹੜੇ ਅਸੀਂ ਹਾਈ ਕਪੈਸਿਟੀ ਗਨ ਮੈਗਜ਼ੀਨ ਦੀ ਗੱਲ ਕਰਦੇ ਹਾਂ, ਉੱਥੇ ਕੰਪਨੀਆਂ ਨੇ ਬਹੁਤ ਕੰਪਨੀਆਂ, ਸਮਿਥ ਐਂਡ ਵੈਸਨ ਵਾਲੇ, ਮੇਰਾ ਖਿਆਲ 6 ਮਹੀਨਿਆਂ ਬਾਅਦ ਇਹਨਾਂ ਦੀ ਐਡ ਆਈ ਹੁੰਦੀ ਆ, ਅਸੀਂ ਨਵਾਂ ਰਿਵਾਲਵਰ ਪੈਦਾ ਕਰਤਾ, ਅਸੀਂ ਨਵੀਂ ਗਨ ਪੈਦਾ ਕਰਤੀ। ਮਤਲਬ ਉਹ ਨਵੇਂ ਜਿੱਦਾਂ ਆਉਂਦੇ ਨੇ ਆਈਫੋਨ ਅਸੀਂ ਨਵਾਂ ਲੈਣ ਦਾ ਫਲਾਣਾ, ਇਹਨਾਂ ਨੇ ਨਵੀਂ ਗਨ ਲੈ ਕੇ ਆਂਦੀ ਹੁੰਦੀ। ਉਸ ਮੈਗਜ਼ੀਨ ਦੇ ਵਿੱਚ ਅੱਗੇ ਤਾਂ ਪਹਿਲਾਂ ਜਦੋਂ ਸ਼ੁਰੂ ਹੋਈਆਂ ਸੀ ਗਨਜ਼, ਇੱਕ ਬੈਰਲ ਦੇ ਵਿੱਚ ਇੱਕ ਬੁਲਟ ਪੈਂਦਾ ਹੁੰਦਾ ਸੀ, ਉਹ ਚਲਾਉਣਾ, ਫਿਰ ਬੈਰਲ ਖੋਲ੍ਹਣਾ, ਉਹਨੂੰ ਫਿਰ ਇੱਕ ਬੁਲਟ ਪਾਉਣਾ, ਫਿਰ ਚਲਾਉਣੀ। ਹੁਣ ਇਹਨਾਂ ਦੀ ਕਪੈਸਿਟੀ ਜਿਹੜੀ ਆ ਹਾਈ ਪਾਵਰਡ ਮੈਗਜ਼ੀਨ ਦੀ 100 ਬੁਲਟ ਪੈ ਜਾਂਦਾ ਉਹਦੇ ਵਿੱਚ। ਉਹ ਤੁਸੀਂ ਲਾਇਆ, ਉਹ ਜਦੋਂ ਚਲਾਈ ਜਾਂਦੇ ਆ ਆਟੋਮੈਟਿਕ ਚੱਲਦੀਆਂ ਆ। ਹੁਣ ਕਈ ਸੈਮੀ ਆਟੋਮੈਟਿਕ ਤਾਂ ਆਮ ਲੋਕੀ ਲਈ ਫਿਰਦੇ ਉੱਥੇ। ਆਟੋਮੈਟਿਕ ਜਿਹੜੀਆਂ ਚੱਲਦੀਆਂ, ਜਿਹੜੀਆਂ ਵੈਸੇ ਤਾਂ ਉਹ ਹੋਣੀਆਂ ਚਾਹੀਦੀਆਂ ਸਿਰਫ ਮਿਲਟਰੀ ਦੇ ਕੋਲ ਹੀ, ਪਰ ਇੱਥੇ ਮਿਲੀਸ਼ੀਆਜ਼ ਲਈ ਫਿਰਦੇ ਆ, ਪ੍ਰਾਈਵੇਟ ਬੰਦੇ ਲਈ ਫਿਰਦੇ ਆ। ਮੈਂ ਹੈਰਾਨ ਰਹਿ ਗਿਆ, ਮੈਂ ਸੀਐਟਲ ਸੀ ਤੇ ਉੱਥੇ ਇੱਕ ਗਨ ਸ਼ਾਪ ਤੇ ਚੱਲ ਗਿਆ। ਮੈਂ ਕਿਹਾ ਚਲੋ ਇਹਨਾਂ ਦੀ ਗਨ ਨਹੀਂ ਦੇਖਦੇ ਆ ਕਿੱਦਾਂ ਦੀਆਂ। ਉੱਥੇ ਏਦਾਂ ਦੀਆਂ ਗਨਜ਼ ਪਈਆਂ ਸੀ, ਮੇਰਾ ਖਿਆਲ ਕਈਆਂ ਦੇਸ਼ਾਂ ਦੀਆਂ ਮਿਲਟਰੀ ਦੇ ਕੋਲ ਨਹੀਂ ਹੋਣੀਆਂ ਉਹਨਾਂ ਦੇ, ਇੰਨੀਆਂ ਪਾਵਰਫੁਲ ਗਨਜ਼ ਪਈਆਂ ਉਹਨਾਂ ਦੇ। ਤੇ
ਇੱਕ ਗੱਲ ਜਿਹੜੀ ਅੰਕੜੇ ਦੱਸਦੇ ਆ ਕਿ ਜਦੋਂ ਗਨ ਲੈ ਆਉਣੇ ਤੁਸੀਂ ਘਰ ਨੂੰ, ਉਹ ਜ਼ਰੂਰੀ ਨਹੀਂ ਕਿ ਕਿਸੇ ਹੋਰ ਨੂੰ ਹੀ ਮਾਰੂਗੀ। ਸਭ ਤੋਂ ਵੱਧ ਵਿਕਟਮ ਉਹ ਬੰਦਾ ਹੁੰਦਾ, ਇਹ ਕਹਾਵਤ ਬਣ ਚੁੱਕੀ ਆ ਕਿ ਜਿਹਨੇ ਗਨ ਲਈ ਆ ਉਹਨੇ, ਉਸ ਗਨ ਨੇ ਪਹਿਲਾਂ ਉਹਨੂੰ ਹੀ ਮਾਰਨਾ। ਸਭ ਤੋਂ ਜ਼ਿਆਦਾ ਲੋਕੀ ਮਰਦੇ ਨੇ, 24,000 ਸਾਲ ਦਾ ਬੰਦਾ ਮਰਦਾ ਅਮਰੀਕਾ ਦੇ ਵਿੱਚ, ਸਿਰਫ ਤੇ ਸਿਰਫ ਸੁਸਾਈਡ ਕਰਨ ਵਾਲੇ। ਹੁਣ ਜੇ ਗਨ ਹੈਗੀ ਆ ਤਾਂ ਘਰ ਪਈ ਚਲਾ ਲੈਂਦੇ ਆ, ਜੇ ਨਾ ਹੋਵੇ ਤਾਂ ਕੀ ਕਰੇ। ਇਹ ਸੋਚਣ ਵਾਲੀ ਗੱਲ ਹੈ ਕਿ ਉਸ ਗਨ ਦਾ ਕੀ ਫਾਇਦਾ ਹੋਇਆ ਜਿਹਨੇ ਤੁਹਾਨੂੰ ਹੀ ਮਾਰ ਦਿੱਤਾ। ਤਾਂ ਉਹਦੇ ਵਿੱਚ ਜ਼ਿਆਦਾ ਲੋਕ ਉਹ ਮਰਦੇ ਨੇ ਜਿਹੜੇ 46 ਸਾਲ ਤੋਂ ਉੱਪਰਲੇ ਗੋਰੇ ਆ, ਸੁਸਾਈਡ ਉਹ ਜ਼ਿਆਦਾ ਕਰਦੇ ਨੇ। 14,000 ਬੰਦਾ ਮਰਦਾ ਆ ਹੋਮੋਸਾਈਡ, ਜਿਹਨੂੰ ਹੋਮੀਸਾਈਡ ਕਹਿੰਦੇ ਅਸੀਂ, ਯਾਨੀ ਕਾਨੂੰਨੀ ਤੌਰ ਤੇ ਕਿਸੇ ਨੂੰ ਮਾਰਨਾ, ਗੈਰ ਕਾਨੂੰਨੀ ਤੌਰ ਤੇ ਕਿਸੇ ਨੂੰ ਮਾਰਨਾ। ਜਿਹੜੇ ਉਹ ਬਾਹਰ ਤੁਰੇ ਫਿਰਦੇ ਲੋਕੀ ਇੱਕ ਦੂਜੇ ਦੇ ਸ਼ੂਟ ਕਰਦੇ, ਉਹਨਾਂ ਦੇ ਵਿੱਚ ਬਲੈਕਸ ਜ਼ਿਆਦਾ ਮਰਦੇ ਨੇ। ਪਰ ਇਹ ਬਹੁਤ ਵੱਡੀ ਗਿਣਤੀ ਆ ਇੱਕ ਮਰਨ ਵਾਲਿਆਂ ਦੀ ਗਨ ਸ਼ਾਟਸ ਦੇ ਨਾਲ। ਗਨ ਆ, ਚਾਹੇ ਉਹ ਦੂਸਰੇ ਨੂੰ ਮਾਰ ਦੇਵੇ, ਚਾਹੇ ਉਹ ਆਪਣੇ ਓਨਰ ਨੂੰ ਮਾਰ ਦੇਵੇ, ਉਹਦਾ ਖਤਰਾ ਤਾਂ ਹੈ। ਪਰ ਇਹ ਗਨਸ ਹੁਣ ਖਤਮ ਹੋ, ਜਿਹੜੇ ਇਹ ਵੀ ਪਖੰਡਬਾਜ਼ੀ ਆ ਦੋਹਾਂ ਦੀ, ਕਿਉਂਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਜਿਹੜੀ ਹੈ, ਉਹ ਜਿੰਨੀਆਂ ਵੀ ਗਨਸ ਬਣਾਉਂਦੀਆਂ ਨੇ ਕੰਪਨੀਆਂ, ਉਹਨਾਂ ਦੀ ਸਾਰੀ ਲੌਬੀ ਕਰਦੀ। ਉਹ ਕਦੇ ਹਰ ਇੱਕ, ਕੋਈ ਵੀ ਕਾਂਗਰਸਮੈਨ ਹੋਵੇ, ਕੋਈ ਸੈਨੇਟਰ ਹੋਵੇ, ਚਾਹੇ ਰਿਪਬਲਿਕਨ ਹੋਵੇ ਚਾਹੇ ਡੈਮੋਕ੍ਰੇਟ, ਜ਼ਿਆਦਾ ਪੈਸੇ ਤਾਂ ਉਹ ਰਿਪਬਲਿਕਨ ਪਾਰਟੀ ਨੂੰ ਦਿੰਦੇ ਆ। ਪਰ ਇਹ ਨਹੀਂ ਵੀ ਡੈਮੋਕ੍ਰੈਟਿਕ ਪਾਰਟੀ ਨੂੰ ਨਹੀਂ ਦਿੰਦੇ, ਉਹਨਾਂ ਨੂੰ ਵੀ ਪੈਸੇ ਦਿੰਦੇ ਆ। ਹੁਣ ਗਵਰਨਰ ਐਂਸਲੀ ਇਹ ਡੈਮੋਕ੍ਰੈਟਿਕ ਪਾਰਟੀ ਦੇ, ਪਰ ਇਹ ਪਖੰਡਬਾਜ਼ੀ ਵੀ ਹੈ। ਇੱਕ ਪਖੰਡਬਾਜ਼ੀ ਇਹ ਹੈ ਕਿ ਅਸੀਂ ਹਾਈ ਕਪੈਸਿਟੀ ਵਾਲੀ ਮੈਗਜ਼ੀਨ ਬੰਦ ਕਰਤੀ। ਹੁਣ ਇਹਦੇ ਨਾਲ ਕਿਲਿੰਗ ਤਾਂ ਖਤਮ ਹੋਣੀਆਂ। ਜਿਹੜੀਆਂ ਬਾਹਰ ਜਾ ਕੇ ਲੋਕੀ ਰੋਬਿੰਗ ਕਰਦੇ ਆ, ਜਿਹੜੇ ਡਾਕੇ ਮਾਰਦੇ ਆ, ਜਾਂ ਜਿਹੜੇ ਗੈਂਗਸਟਰ ਇੱਕ ਦੂਜੇ ਨੂੰ ਮਾਰਦੇ ਆ, ਉਹ ਕਦੇ ਵੀ ਵੈਪਨ ਲੀਗਲ ਨਹੀਂ ਹੁੰਦੇ ਉਹਨਾਂ ਦੇ ਕੋਲ ਜੀ। ਲੀਗਲ ਤਾਂ ਤੁਹਾਡੇ ਸਾਡੇ ਵਾਲਿਆਂ ਤੋਂ ਹੋਣੇ ਨਾ, ਜਿਹੜੇ ਬੰਦੇ ਜਾ ਕੇ ਪ੍ਰੈਕਟਿਸ ਕਰਦੇ ਆ। ਕਈਆਂ ਬੰਦਿਆਂ ਨੂੰ ਇਹ ਸ਼ੌਕ ਆ ਹਾਂਜੀ ਕਿ ਤੁਸੀਂ ਪ੍ਰੈਕਟਿਸ ਕਰਨ ਜਾਂਦੇ ਆ, ਜਾਂ ਤੁਸੀਂ ਸ਼ਿਕਾਰ ਕਰਨ ਜਾਂਦੇ ਆ। ਜਾਂ ਮੇਰਾ ਇੱਕ ਦੋਸਤ ਹੁੰਦਾ ਸੀ, ਉਹਦੀ ਡੈਥ ਹੋ ਗਈ ਹੁਣ ਤਾਂ, ਉਹਨੂੰ ਵੈਸੇ ਹੀ ਸ਼ੌਕ ਸੀ। ਤਾਂ ਉਹ ਜਦੋਂ ਵੀ ਦਿਖਾਲਣਾ ਉਹਨੇ, ਆ ਕਮਰਾ ਭਰਿਆ ਪਿਆ ਹੁੰਦਾ ਸੀ ਉਹਦਾ ਵੱਖ-ਵੱਖ ਤਰ੍ਹਾਂ ਦੀਆਂ ਆਰਮਸ ਨਾਲ। ਸੋ ਇਹ ਉਹ ਬੰਦਿਆਂ ਨੇ ਕਦੇ ਨਹੀਂ ਮਾਰਿਆ ਕਿਸੇ ਨੂੰ। ਜਿਹਨੇ ਮਾਰਨਾ ਆ ਉਹਨਾਂ ਨੇ ਇਲੀਗਲ, ਗੈਰ ਕਾਨੂੰਨੀ ਤੌਰ ਤੇ ਜਿਹੜੇ ਹਥਿਆਰ ਲਏ ਆ, ਉਹਨਾਂ ਦੀ ਨਾਲ ਮਾਰਨਾ ਹੈ। ਇਹ ਜਿਹੜਾ ਕਾਨੂੰਨ ਆ, ਇਹ ਦੱਸਣ ਲਈ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਲੋਕਾਂ ਨੂੰ ਕਹਿਣਾ ਕਿ ਹਾਈ ਪਾਵਰਡ ਜਿਹੜੀ ਹਾਈ ਕਪੈਸਿਟੀ ਮੈਗਜ਼ੀਨ ਅਸੀਂ ਖਤਮ ਕਰ ਦੇਣੀ ਹੈ। ਉਹਦੇ ਨਾਲ ਐਕਚੁਅਲੀ ਸੁਸਾਈਡ ਕਿੰਨੀਆਂ ਹੁੰਦੀਆਂ ਸੀ ਜਾਂ ਹੋਮਿਸਾਈਡ ਕਿੰਨੀਆਂ ਹੁੰਦੀਆਂ, ਉਹ ਨਹੀਂ ਕਿਸੇ ਨੇ ਦੇਖਣੇ। ਲੀਗਲ, ਜੇ ਕਿਸੇ ਨੇ ਕਾਨੂੰਨੀ ਤੌਰ ਤੇ ਉਹ ਲਈ ਆ, ਕਿਉਂਕਿ ਜਿਹੜੇ ਬੰਦਿਆਂ ਨੇ ਉਹ ਵਰਤਣੀ ਆ, ਉਹਨਾਂ ਤੇ ਮੈਕਸੀਕੋ ਤੋਂ ਮੰਗਾ ਲੈਣੀ ਆ, ਟੈਕਸਸ ਤੋਂ ਮੰਗਾ ਲੈਣੀ, ਹੋਰ ਕਿਸੇ ਜਗ੍ਹਾ ਤੋਂ ਮੰਗਾ ਲੈਣੀ। ਤੇ ਜਿਨ੍ਹਾਂ ਨੇ ਐਕਚੁਅਲੀ ਉਦਾਂ ਹੀ ਸ਼ੌਕ ਨਾਲ ਰੱਖੀ ਆ, ਸ਼ਿਕਾਰ ਖੇਲਣ ਰੱਖੀ ਆ, ਜਾਂ ਵੈਸੇ ਹੀ ਘਰ ਦੇ ਵਿੱਚ ਕੋਈ ਬੰਦਾ ਸੋਚਦਾ ਕਿ ਮੈਂ ਪ੍ਰੈਕਟਿਸ ਕਰਨ ਜਾਣਾ ਹੈ, ਤਾਂ ਉਹਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ। ਪਰ ਇਮੇਜ ਬਣ ਜਾਂਦਾ ਇੱਕ ਅਕਸ ਕਿ ਅਸੀਂ ਗਨ ਵਾਇਲੈਂਸ ਦੇ ਖਿਲਾਫ ਹਾਂ ਜੀ। ਤਾਂ ਉਹ ਇਮੇਜ ਬਣਾਉਣ ਨੂੰ ਗਵਰਨਰ ਐਂਸਲੀ ਨੇ ਇਹ ਕੰਮ ਕਰ ਦਿੱਤਾ ਕਿ ਅਸੀਂ ਹਾਈ ਕਪੈਸਿਟੀ ਮੈਗਜ਼ੀਨ ਖਤਮ ਕਰ ਦੇਣੇ ਆ, ਜਿਨ੍ਹਾਂ 'ਚ ਬਹੁਤ ਜ਼ਿਆਦਾ ਹੁੰਦੀਆਂ। ਹੁਣ ਇੱਕ ਜਿਹੜਾ ਮੈਗਜ਼ੀਨ, ਜਿਹੜਾ 30 ਵਾਲਾ ਤਾਂ ਵੈਸੇ ਹੀ ਮਿਲ ਜਾਂਦਾ ਹੈ। 30 ਜਿਹੜੇ ਬੁਲਟ ਆ ਥੋੜੇ ਆ, ਜੇ ਤੁਸੀਂ 100 ਵਾਲਾ ਚਲੋ ਬੰਦ ਕਰ ਦਿੱਤਾ, 30 ਵੀ ਤਾਂ ਬਹੁਤ ਹੁੰਦੇ ਆ। ਹਾਂਜੀ, ਬੁਲਟ ਤਾਂ ਇੱਕ ਹੀ ਬਹੁਤ ਹੁੰਦਾ ਕਿਸੇ ਨੂੰ ਮਾਰਨ ਲਈ। ਬਿਲਕੁਲ ਬਿਲਕੁਲ। ਹਾਂ, ਤਾਂ ਜਾਂ ਤਾਂ ਤੁਸੀਂ ਕਹੋ ਵੀ ਅਸੀਂ ਗਨਜ਼ ਬਿਲਕੁਲ ਬੰਦ ਕਰ ਦੇਣੀ ਹੈ। ਹੁਣ ਕੈਨੇਡਾ ਦੇ ਵਿੱਚ, ਇੱਥੇ ਵੀ ਇੱਕ ਪਖੰਡਬਾਜ਼ੀ ਕਰਦੇ ਆ ਸਾਡੇ ਵੀ ਕਿ ਗਨਜ਼ ਬੰਦ ਕਰੋ। ਤੁਸੀਂ ਬੰਦ ਕਿੱਦਾਂ ਕਰ ਸਕਦੇ ਕਿ ਤੁਹਾਡੇ ਬਾਰਡਰ ਦੇ ਨਾਲ ਹੀ USA ਦੇ ਵਿੱਚ ਸਭ ਤੋਂ ਵੱਡੀ ਮਾਰਕੀਟ ਆ ਗਨਜ਼ ਖਰੀਦਣ ਲਈ। ਜੇ ਉੱਥੇ ਮਿਲਦੀਆਂ ਆ, ਜਿੰਨੇ ਲੋਕੀ ਇੱਥੇ ਯੂਜ਼ ਕਰਦੇ ਆ, ਖਾਸ ਤੌਰ ਤੇ ਗੈਂਗ ਵਾਇਲੈਂਸ ਵਾਲੇ, ਇਹ ਇੱਥੋਂ ਲੈ ਕੇ ਆਉਂਦੇ ਆ US ਤੋਂ ਜੀ। ਔਰ ਮੈਂ ਤੁਹਾਨੂੰ ਦੱਸਦਾ ਕਿ ਇੱਥੋਂ ਬੰਦੇ ਜਿਹੜੇ ਲੈ ਕੇ ਆਉਂਦੇ ਆ, ਉਹ ਛੱਡ ਕੇ ਜਾਂਦੇ ਆ। ਤੁਹਾਨੂੰ ਜਾਣ ਦੀ ਲੋੜ ਨਹੀਂ ਬੈਲਿੰਗਹੈਮ,
ਉਹ ਡਿਲੀਵਰ ਕਰ ਦਿੰਦੇ ਆ। ਤੁਸੀਂ ਉਹਨਾਂ ਨੂੰ ਕਹੋ ਵੀ ਮੈਨੂੰ ਗਨ ਚਾਹੀਦੀ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਇੱਥੇ ਸਰੀ ਦੇ ਜਾਵਾਂਗੇ ਤੁਹਾਨੂੰ। ਸੋ ਜਿਹਨਾਂ ਨੇ ਮਾਰਨਾ ਆ ਉਹ ਤਾਂ ਗੈਰ ਕਾਨੂੰਨੀ ਤੌਰ ਤੇ ਲੈ ਕੇ ਉਹ ਮਾਰਦੇ ਨੇ। ਹਾਂ, ਜਾਂ ਤਾਂ ਯੂਰਪੀਅਨ ਦੇਸ਼ਾਂ ਨੂੰ ਕੀਤਾ ਜਾਵੇ, ਬਿਲਕੁਲ ਗਨ ਓਨਰਸ਼ਿਪ ਖਤਮ ਕੀਤੀ ਜਾਵੇ। ਕਈਆਂ ਦੇਸ਼ਾਂ ਨੇ ਕੀਤੀ ਆ ਕਿ ਆਮ ਸਿਵਿਲੀਅਨ ਗਨ ਨਹੀਂ ਰੱਖ ਸਕਦਾ, ਕਿ ਉਹਦਾ ਵੱਡਾ ਖਤਰਾ ਇਹ ਆ ਕਿ ਉਹਨੇ ਆਪਣੇ ਓਨਰ ਨੂੰ ਹੀ ਮਾਰ ਦੇਣਾ। ਹੁਣ ਜੇ ਸੁਸਾਈਡ ਕਰਨੀ, ਕੋਈ ਨਾ ਕੋਈ ਮੂਵਮੈਂਟ ਆ ਜਾਂਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿ ਜਦੋਂ ਇੰਨਾ ਡਿਪਰੈਸਡ ਹੁੰਦਾ ਬੰਦਾ ਕਿ ਉਹ ਬੰਦਾ ਸੁਸਾਈਡ ਕਰਨ ਨੂੰ ਕਹਿੰਦਾ। ਜਿੱਦਾਂ 24,000 ਬੰਦਾ ਇੱਕ ਸਾਲ ਦੇ ਵਿੱਚ US ਦੇ ਵਿੱਚ ਸੁਸਾਈਡ ਕਰਦਾ ਗਨ ਦੇ ਨਾਲ। ਜੇ ਉਹਨਾਂ ਦੇ ਘਰ 'ਚ ਗਨ ਨਾ ਹੁੰਦੀ ਉਸ ਵੇਲੇ, ਹੋਰ ਕੀ ਕਰ ਸਕਦੇ ਤੁਸੀਂ? ਜੀ ਬਿਲਕੁਲ ਸਹੀ ਕਿਹਾ ਤੁਸੀਂ। ਬਚ ਸਕਦੇ ਉਹ ਲੋਕ। ਫਿਰ ਉਹ ਮੂਵਮੈਂਟ ਤੁਹਾਡਾ ਉਹ ਪਲ ਚਲਾ ਜਾਵੇ ਨਾ, ਫਿਰ ਬੰਦਾ ਸੁਸਾਈਡ ਨਹੀਂ ਕਰਦਾ। ਉਹਦਾ ਮਨ ਥੋੜਾ ਸ਼ਾਂਤ, ਡਾਇਵਰਟ ਹੋ ਜਾਂਦਾ, ਹੋਰ ਗੱਲਾਂ ਕਰਨ ਲੱਗ ਪੈਂਦੇ ਆ। ਇਸ ਕਰਕੇ ਇਹ ਅਕਸ ਬਣਾਉਣ ਲਈ ਤੇ ਗਵਰਨਰ ਦਾ ਠੀਕ ਹੈ, ਪਰ ਅਸਲੀ ਇਹਦਾ ਫਾਇਦਾ ਕਿੰਨਾ ਕੁ ਹੋਣਾ ਉਹ ਦੇਖ ਲਿਓ। ਆ ਰੋਜ਼ ਹੀ ਖਬਰਾਂ ਜਿਹੜੀਆਂ ਮੇਨ ਆਉਂਦੀਆਂ ਹੁੰਦੀਆਂ ਸੀਐਟਲ ਕੋਮੇ ਤੋਂ ਇਹੀ ਆਉਂਦੀਆਂ ਹੁੰਦੀਆਂ, ਫਲਾਣੇ ਤਾਂ ਫਲਾਣੇ ਨੇ ਮਾਰਤਾ, ਫਲਾਣੇ ਤਾਂ ਫਲਾਣੇ ਨੇ ਮਾਰਤਾ। ਉਹ ਘੱਟ ਨਹੀਂ ਹੋਣੀ। ਬੇਸਿਕਲੀ ਇੱਕ ਦਿਖਾਵਾ ਕੀਤਾ ਉਹਨਾਂ ਨੇ ਆਪਣਾ ਜਿਹੜਾ ਅਕਸ ਆ ਉਹ ਬਣਾਉਣ ਦੇ ਲਈ, ਤਾਂ ਕਿ ਫਿਰ ਇਲੈਕਸ਼ਨ ਦੇ ਦੌਰਾਨ ਆਪਣੀ ਅਸੀਂ ਗਨ ਦੇ ਖਿਲਾਫ ਹਾਂ। ਹਾਂਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਯੂਕਰੇਨ ਦੇ ਰਾਸ਼ਟਰਪਤੀ ਬਾਰੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਨੂੰ ਨੈਟੋ ਦੀ ਮੈਂਬਰਸ਼ਿਪ ਨਹੀਂ ਚਾਹੀਦੀ। ਓਪਨਲੀ ਹੁਣ ਉਹ ਕਹਿ ਰਹੇ ਆ। ਦੇਖੋ, ਜਿਹੜੀ ਲੜਾਈ ਸ਼ੁਰੂ ਹੋਈ ਹੈ ਉਹ ਸਿਰਫ ਤੇ ਸਿਰਫ ਇਸ ਕਰਕੇ ਸ਼ੁਰੂ ਹੋਈ ਸੀ ਕਿ ਯੂਕਰੇਨ ਨੂੰ ਪਹਿਲਾਂ ਉਹਨਾਂ ਨੇ, ਰਸ਼ੀਆ ਨੇ ਕਿਹਾ ਕਿ ਨੇਟੋ ਦੀ ਮੈਂਬਰਸ਼ਿਪ ਤੁਸੀਂ ਨਾ ਲਓ, ਤੁਸੀਂ ਸਾਡੇ ਬਾਰਡਰ ਤੇ ਲੱਗਦੇ ਆ, ਸਾਡੇ ਕੋਲ ਉਹ ਦੇਸ਼ ਹੋਣੇ ਚਾਹੀਦੇ ਨਾਲ ਨਾਲ, ਕਿਉਂਕਿ ਅਸੀਂ ਮੇਜਰ ਪਾਵਰ ਹੈ। ਸਾਡੇ ਕੋਲ ਓਬਵੀਅਸਲੀ ਉਹ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਦੁਸ਼ਮਣ ਦੇ ਨਾਲ ਖੜੇ ਹੋਵੋ ਤਾਂ ਕਿ ਉਹਨਾਂ ਨੇ ਜਦੋਂ ਹਮਲਾ ਕਰਨਾ ਸਾਡੇ ਤੇ ਹੋ ਜਾਵੇ। ਸੋ ਇਸ ਕਰਕੇ ਇੱਕ ਪ੍ਰੈਜ਼ੀਡੈਂਟ ਹੁਣ ਕਵੇ ਓਪਨਲੀ, ਹੁਣ ਉਹਨਾਂ ਨੇ ਟੀਵੀ ਦੀ ਇੰਟਰਵਿਊ ਦਿੱਤੀ ਹੈ ਕਿ ਮਤਲਬ ਕਰਲਾ ਕੇ ਕਹਿ ਰਹੇ ਆ ਕਿ ਮੈਂ ਨੇਟੋ ਦਾ ਮੈਂਬਰ ਨਹੀਂ ਬਣਦਾ, ਮੈਂ ਨਹੀਂ ਮੈਂਬਰਸ਼ਿਪ ਚਾਹੀਦੀ। ਅੱਛਾ, ਜੇ ਉਹ ਪਾਸਟ ਨੂੰ ਦੇਖਦੇ ਨਾ, ਜਿਹੜੇ ਨੇਟੋ ਬਣਾ ਰਹੇ ਆ, ਨੇਟੋ 1949 ਦੇ ਵਿੱਚ ਬਣੀ ਇਸ ਕਰਕੇ ਸੀ ਕਿ ਇਹਨਾਂ ਨੇ ਕਿਹਾ ਸੀ ਸੋਵੀਅਤ ਯੂਨੀਅਨ ਤੇ ਉਹਨਾਂ ਦੀਆਂ ਨਾਲ ਦੀਆਂ ਪਾਵਰਸ ਦੇ ਖਿਲਾਫ ਅਸੀਂ ਖੜੇ ਹਾਂ ਸੋਸ਼ਲਿਜ਼ਮ ਦੇ ਖਿਲਾਫ, ਕੈਪੀਟਲਿਜ਼ਮ ਨੂੰ ਡਿਫੈਂਡ ਕਰਨ ਲਈ। ਉਹਨਾਂ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਵੱਲੋਂ 1956 ਦੇ ਵਿੱਚ ਵਾਰਸਾ ਪੈਕਟ ਬਣ ਗਿਆ। ਉਹਨਾਂ ਨੇ ਆਪਣੇ ਨਾਲ ਦੇਸ਼ ਲਾਉਣੇ ਸ਼ੁਰੂ ਕਰਤੇ, ਇਹਨਾਂ ਨੇ ਆਪਣੇ ਨਾਲ। ਸਭ ਤੋਂ ਵੱਡਾ ਕ੍ਰਾਈਸਿਸ ਸੰਕਟ ਆਇਆ ਜਦੋਂ ਕਿਊਬਾ ਮਿਸਲ ਕ੍ਰਾਈਸਿਸ ਉਹਨੂੰ ਕਹਿੰਦੇ ਆ। ਕਿਊਬਾ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕਾਸਟਰੋ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਇਹਨਾਂ ਨੇ ਬੇ ਆਫ ਪਿਗਸ ਤੇ ਇਨਵੇਜਨ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨਾ ਹੀ ਹਿੱਲਿਆ, ਫਿਰ ਇਹਨਾਂ ਨੇ ਮਤਲਬ ਧੱਕਾ ਦੇ ਕੇ ਉਹਨੂੰ ਸੋਵੀਅਤ ਯੂਨੀਅਨ ਵੱਲ ਤੋਰ ਦਿੱਤਾ। ਕਿ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਜਿਉਂਦੇ ਰਹਿਣਾ, ਜੇ ਅਸੀਂ ਕੂ ਨਹੀਂ ਕਰਾਉਣਾ ਤੇ ਫਿਰ ਸੋਵੀਅਤ ਯੂਨੀਅਨ ਦੇ ਕੋਲ ਜਾਂਦੇ ਹਾਂ। ਉਹਨਾਂ ਨੇ ਇਹ ਸ਼ਰਤ ਰੱਖਤੀ ਕਿ ਠੀਕ ਹੈ ਵੀ ਅਸੀਂ ਜਿਹੜੀਆਂ ਮਿਸਲਾਂ ਲਾਉਨੇ ਆ, ਉਸ ਵੇਲੇ ਮਿਸਲਾਂ ਬਹੁਤ ਲੱਗਦੇ ਆ ਦੋਹਾਂ ਪਾਸਿਆਂ ਤੋਂ, ਸੋਵੀਅਤ ਯੂਨੀਅਨ ਦੇ ਤੇ US ਵੱਲੋਂ। ਉਹਨਾਂ ਨੇ ਰਾਤੋਂ ਰਾਤ ਆ ਕੇ ਕਿਊਬਾ ਦੇ ਵਿੱਚ ਮਿਸਲਾਂ ਫਿੱਟ ਕਰਤੀਆਂ। ਤਾਂ ਹੁਣ ਇਹ ਸੰਕਟ ਵਾਲੀ ਗੱਲ ਹੈ। ਇਹ ਤਾਂ ਕਿਊਬਾ ਉੱਥੋਂ ਕੁਛ ਕੁ ਮੀਲ ਦੂਰ ਆ ਮਿਆਮੀ ਤੋਂ। ਤੁਹਾਡੇ ਜਿੱਦਾਂ ਹੁਣ ਯੂਕਰੇਨ ਆ, ਉਹਨਾਂ ਦੇ ਨਾਲ ਰਸ਼ੀਆ ਦੇ ਨਾਲ ਬਾਰਡਰ ਲੱਗਦਾ ਹੈ। ਉਹਨਾਂ ਨੇ ਵੀ ਤਾਂ ਇਹੀ ਕਿਹਾ ਸੀ ਕਿ ਤੁਸੀਂ ਨੇਟੋ ਨੂੰ ਨਾ ਜੁਆਇਨ ਕਰੋ। ਹੁਣ ਕਿਊਬਾ ਦੇ ਵਿੱਚ ਮਿਸਲਾਂ ਆ, ਹੁਣ ਜੇ ਤਾਂ ਮਿਸਲ ਆਉਂਦੀ ਆ ਸੋਵੀਅਤ ਯੂਨੀਅਨ ਤੋਂ, ਹੋ ਸਕਦਾ ਇਹਨਾਂ ਦੇ ਰਾਹ ਦੇ ਵਿੱਚ ਖਤਮ ਹਾਲੇ ਕਰਨ ਦੀ ਟੈਕਨੋਲੋਜੀ ਤਾਂ ਨਹੀਂ ਆਈ, ਪਰ ਡਿਵੈਲਪ ਕਰ ਰਹੇ ਸੀ ਵੀ ਹੋ ਸਕਦਾ ਸਾਡੇ ਤਾਂ ਨਾ ਪਹੁੰਚੇ, ਟਾਈਮ ਲੱਗੇ। ਪਰ ਆ ਕਿਊਬਾ ਤੋਂ ਜਿਹੜੀ ਮਿਸਲ ਆਉਣੀ ਆ, ਇਹ ਤਾਂ ਸਿੱਧੀ ਆਉਣੀ ਸਾਡੇ। ਇਸ ਕਰਕੇ ਕਿਊਬਾ ਦਾ ਮਿਸਲ ਕ੍ਰਾਈਸਿਸ ਸ਼ੁਰੂ ਹੋ ਗਿਆ, ਫਿਰ ਨੈਗੋਸ਼ੀਏਸ਼ਨ ਸ਼ੁਰੂ ਹੋ ਗਈਆਂ। ਇਹਦੇ ਵਿੱਚ ਸਬਕ ਸਿੱਖਣ ਵਾਲੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ, ਜੇ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਇਸ ਗੱਲ ਦੀ, ਉਹ ਇਸ ਗੱਲ ਦੀ ਸੀ ਕਿ ਇਹ ਸੈਕਰੀਫਾਈਸ ਬਹੁਤ ਕਰਦੇ ਆ ਅਮਰੀਕਾ ਵਾਲੇ। ਫਿਰ ਦੂਜਿਆਂ ਨੂੰ ਜਿਹੜੇ ਬਾਹਰ ਬੈਠੇ ਹੁੰਦੇ ਨਾ,
ਉਹਨਾਂ ਦੀ ਸੈਕਰੀਫਾਈਸ ਕਰ ਦਿੰਦੇ, ਕੁਰਬਾਨੀ ਕਰ ਦਿੰਦੇ। ਬੱਕਰੀ ਦਾ ਬਲੀ ਦਾ ਬੱਕਰਾ ਕੋਈ ਹੋਰ ਹੁੰਦਾ। ਸੋਵੀਅਤ ਯੂਨੀਅਨ ਵਾਲੇ ਕਹਿੰਦੇ ਕਿ ਅਸੀਂ ਮਿਸਲਾਂ ਨਹੀਂ ਹਟਾਉਣੀਆਂ। ਖਰੁਸ਼ਚੋਵ ਇਸ ਗੱਲ ਤੇ ਪੱਕਾ ਹੋ ਗਿਆ ਕਿ ਅਸੀਂ ਮਿਸਲਾਂ ਨਹੀਂ ਉੱਥੋਂ ਕੱਢਣੀਆਂ। ਤੁਸੀਂ ਕਹਿੰਦੇ ਟਰਕੀ ਦੇ ਵਿੱਚ ਮਿਸਲਾਂ ਲਾਈਆਂ ਹੈ, ਵੈਸਟ ਜਰਮਨੀ ਦੇ ਵਿੱਚ ਮਿਸਲਾਂ ਲਾਈਆਂ। ਵੈਸਟ ਜਰਮਨੀ ਤਾਂ ਈਸਟ ਜਰਮਨੀ 'ਚ ਕੀ ਫਰਕ ਸੀ? ਇੱਕ ਕੰਧ ਸੀ, ਨਾਲ ਹੀ ਤੁਹਾਡੇ ਮਿਸਲਾਂ ਪਈਆਂ। ਇਹਨਾਂ ਨੇ ਜਰਮਨੀ ਵਾਲਿਆਂ ਨੂੰ ਤਾਂ ਯੂਰਪੀਅਨ ਬੰਦੇ ਆ, ਗੋਰੇ ਆ, ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ। ਟਰਕੀ ਵਾਲਿਆਂ ਨੂੰ ਕਹਿਤਾ ਕਿ ਤੁਸੀਂ ਆਪਣੀਆਂ ਮਿਸਲਾਂ ਜਿਹੜੀਆਂ ਤੁਹਾਡੇ ਲਾਈਆਂ ਉੱਥੋਂ ਅਸੀਂ ਕੱਢ ਲੈਣੀਆਂ। ਹੁਣ ਉਹਨਾਂ ਨੂੰ ਇੱਕ ਪਾਸੇ ਤਾਂ ਪੰਗਾ ਪਵਾਤਾ, ਇੱਕ ਪਾਸੇ ਤਾਂ ਤੁਸੀਂ ਦੁਸ਼ਮਣ ਨਾਲ ਲੜਾਉਣ ਨੂੰ ਉਹਨਾਂ ਨੂੰ ਖੜਾ ਕਰਤਾ, ਨੇਟੋ ਦਾ ਮੈਂਬਰ ਹੈ। ਦੂਸਰੇ ਪਾਸੇ ਮੈਂਬਰ ਦਿਓ ਤੁਸੀਂ ਮਿਸਲਾਂ ਕੱਢ ਲਈਆਂ ਇਸ ਗੱਲ ਕਰਕੇ, ਕਿਉਂਕਿ ਸੋਵੀਅਤ ਯੂਨੀਅਨ ਵਾਲੇ ਕਹਿੰਦੇ ਅਸੀਂ ਤਾਂ ਕਿਊਬਾ ਤੋਂ ਮਿਸਲਾਂ ਕੱਢਣੀਆਂ, ਜੇ ਤੁਸੀਂ ਟਰਕੀ ਤੋਂ ਕੱਢੋਗੇ। ਉਹਨਾਂ ਦੀ ਸ਼ਰਤਾਂ ਵੈਸੇ ਜਰਮਨੀ ਦੀ ਸੀ, ਇਹ ਕਹਿੰਦੇ ਜਰਮਨੀ ਤਾਂ ਨਹੀਂ ਅਸੀਂ ਕਰ ਸਕਦੇ, ਪਰ ਟਰਕੀ ਚੋਂ ਕੱਢਣੇ ਨੇ। ਟਰਕੀ ਵਾਲਿਆਂ ਨੂੰ ਇਸੇ ਗੱਲ ਕਰਕੇ ਹੁਣ ਐਰਡੋਗਾਨ ਜਿਹੜਾ ਆ ਟਰਕੀ ਦਾ ਪ੍ਰੈਜ਼ੀਡੈਂਟ ਆ, ਤੁਸੀਂ ਖਬਰ ਪੜ੍ਹੀ ਹੈ ਕਿ ਉਹ ਮੀਡੀਏਸ਼ਨ ਕਰ ਰਿਹਾ ਹੈ। ਹਾਂਜੀ, ਉਹ ਹੁਣ ਉਹਨਾਂ ਨੂੰ ਅਕਲ ਆਈ ਆ। ਵੈਸੇ ਉਹਨਾਂ ਨੂੰ ਪਤਾ ਕਿ ਅਮਰੀਕਾ ਵਾਲੇ ਇਦਾਂ ਹੀ ਕਰਦੇ ਆ ਕਿ ਜੇ ਇਹਨਾਂ ਨੂੰ ਲੋੜ ਪੈਂਦੀ ਸਾਡੀ ਤਾਂ ਸਾਡੇ ਵੱਲ ਆ, ਜਿੱਦਣ ਸਾਨੂੰ ਬਲੀ ਦਾ ਬੱਕਰਾ ਬਣਾਉਣਾ ਹੁੰਦਾ ਉਦਣ ਅਸੀਂ ਦੂਸਰੇ ਪਾਸੇ। ਔਰ ਉਹ ਇਜ਼ਰਾਈਲ ਵਾਲੇ ਸਾਰੇ ਕਹਿ ਰਹੇ ਦੋਹੇ ਮੁਲਕਾਂ ਨੂੰ, ਰਸ਼ੀਆ ਤੇ ਯੂਕਰੇਨ ਨੂੰ, ਕਿ ਤੁਸੀਂ ਬੈਠ ਕੇ ਗੱਲ ਕਰੋ। ਹੁਣ ਯੂਕਰੇਨ ਵਾਲਿਆਂ ਨੂੰ ਸਮਝ ਆਈ ਆ ਕਿ ਨੇਟੋ ਵਾਲੇ ਤਾਂ ਕੁਛ ਨਹੀਂ ਕਰਦੇ, ਇਹ ਗੱਲਾਂ ਹੀ ਕਰਨ ਜੋਗੇ ਨੇ। ਕਹਿੰਦੇ ਹੁੰਦੇ ਆ ਨੋ ਐਕਸ਼ਨ ਟਾਕ ਓਨਲੀ ਨੇਟੋ ਜੀ। ਸੋ ਹੁਣ ਪਤਾ ਲੱਗਾ ਉਹਨਾਂ ਨੂੰ ਕਿ ਇਹ ਗੱਲਾਂ ਕਰਨ ਵਾਲੀ ਜਿਹੜੀ ਆਰਗੇਨਾਈਜੇਸ਼ਨ ਆ ਇਹ ਸਾਡੇ ਨਾਲ ਨਹੀਂ ਆਈ। ਹੁਣ ਜਿੰਨੇ ਆ ਸੈਂਕਸ਼ਨ ਲਾਏ ਆ, ਕੱਲ ਇਹਨਾਂ ਨੇ ਉਹਨਾਂ ਦੇ ਤੇਲ ਤੇ ਲਾਇਆ। ਹੁਣ ਆਇਲ ਜਿਹੜਾ ਆ ਰਿਹਾ ਸੀ ਇਹਨਾਂ ਨੂੰ, ਪਹਿਲਾਂ ਇਹਨਾਂ ਨੇ ਬੰਦ ਨਹੀਂ ਕੀਤਾ। ਉਹ ਸਾਡੇ ਕਹਿੰਦੇ ਸੀ ਇੰਟਰਸਟ ਦੇ ਵਿੱਚ ਆ, ਕਿਉਂਕਿ ਆਇਲ ਦੀਆਂ ਪ੍ਰਾਈਸਿਸ ਇੱਕਦਮ ਤਾਂ ਚੜ੍ਹ ਰਹੀਆਂ। ਹੁਣ ਇਹਨਾਂ ਨੂੰ ਲਾਉਣਾ ਹੀ ਪਿਆ ਕਿਉਂਕਿ ਬਦਨਾਮੀ ਹੋ ਗਈ ਜ਼ਿਆਦਾ ਹੀ। ਹਾਂਜੀ, ਤੇ ਹੁਣ ਨੱਠੇ ਫਿਰਦੇ ਆ ਬਈ ਚੱਲੇ ਆ ਅਸੀਂ ਸਾਊਦੀ ਅਰੇਬੀਆ ਨੂੰ, ਉਹਨਾਂ ਦੀਆਂ ਮਿਹਨਤਾਂ ਕਰਦੇ ਆ ਵੀ ਤੁਸੀਂ ਥੋੜਾ ਜਿਹਾ ਆਇਲ ਜ਼ਿਆਦਾ ਪ੍ਰੋਡਿਊਸ ਕਰੋ। ਇਰਾਨ ਵਾਲਿਆਂ ਨੂੰ ਵੀ ਹੁਣ ਕਿਹਾ, ਇਰਾਨ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀਆਂ। ਉਹਨਾਂ ਨੇ ਨਿਊਕਲੀਅਰ ਆਰਮਾਮੈਂਟ ਦੀ ਜਿਹੜੀ ਨੈਗੋਸ਼ੀਏਸ਼ਨ ਯੂਰਪ ਦੇ ਵਿੱਚ ਚੱਲ ਰਹੀਆਂ। ਹੁਣ ਅਮਰੀਕਨ ਡੈਲੀਗੇਸ਼ਨ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਜਿਹੜੀਆਂ ਤੁਸੀਂ ਸ਼ਰਤਾਂ ਰੱਖਦੇ ਹੋ ਮੰਨ ਸਕਦੇ ਹਾਂ, ਪਰ ਜੇ ਆਇਲ ਪ੍ਰੋਡਕਸ਼ਨ ਹੋਰ ਕਰੋਗਾ, ਕਿਉਂਕਿ ਆਇਲ ਦਾ ਹੁਣ ਪੰਗਾ ਪੈ ਗਿਆ ਨਾ। ਹੁਣ ਜਦੋਂ ਹਰੇਕ ਹੀ ਬੰਦਾ ਜਾਂਦਾ ਆ, ਬਾਕੀ ਵੀ ਚੀਜ਼ਾਂ ਆਇਲ ਦੇ ਨਾਲ ਜੁੜੀਆਂ ਆ। ਜੇ ਤੁਸੀਂ ਗਰੋਸਰੀ ਖਰੀਦਣ ਜਾਂਦੇ ਆ, ਉਹ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਹਰ ਰੋਜ਼ ਹੀ ਪ੍ਰਾਈਸ ਚੜ੍ਹੀ ਹੁੰਦੀ ਹੈ। ਫਿਰ ਤੁਸੀਂ ਹਰ ਇੱਕ ਬੰਦਾ ਗੈਸ ਸਟੇਸ਼ਨ ਤੇ ਜ਼ਰੂਰ ਜਾ ਕੇ ਖੜਦਾ। ਹਾਂਜੀ, ਉਹ ਉਦੋਂ ਹੀ ਉਹਦਾ ਪਾਰਾ ਤਾਂ ਚੜ੍ਹ ਜਾਂਦਾ ਦੇਖ ਕੇ। ਉਹਨੂੰ ਪਿਊਟਨ ਤਾਂ ਯਾਦ ਨਹੀਂ ਆਉਂਦੀ, ਉਹਨੂੰ ਤਾਂ ਜੋ ਬਾਈਡਨ ਯਾਦ ਆਉਂਦਾ ਨਾ। ਇਸ ਕਰਕੇ ਜ਼ੈਲੈਂਸਕੀ ਨੇ ਉਹ ਪੰਗਾ ਪਾ ਲਿਆ। ਹੁਣ ਜਿਹੜੀਆਂ ਮੰਗਾਂ ਆ ਪਿਊਟਨ ਦੀਆਂ ਵਧੀ ਜਾਂਦੀਆਂ। ਪਹਿਲਾਂ ਜਦੋਂ ਲੜਾਈ ਕੀਤੀ ਸੀ ਸਿਰਫ ਇਹੀ ਮੰਗ ਸੀ ਕਿ ਤੁਸੀਂ ਨੇਟੋ ਦੀ ਐਪਲੀਕੇਸ਼ਨ ਬੰਦ ਕਰ ਦਿਓ ਜੀ। ਹੁਣ ਉਹ ਕਹਿੰਦੇ 50 ਗੰਢੇ ਖਾ ਕੇ ਕਹੀ ਜਾ ਰਹੇ ਨਹੀਂ ਛਿੱਤਰ ਹੀ ਮਾਰ ਲਓ। ਤਿੰਨੋਂ ਹੀ ਚੀਜ਼ਾਂ ਨਾਲੇ ਤਾਂ ਚਿੱਤਰ ਵੀ ਖਾ ਲੈਣੇ ਆ, ਪੈਸੇ ਵੀ ਦੇ। ਔਰ ਉਹਨਾਂ ਨੇ ਇੱਕ ਹੋਰ ਮੰਗ ਸ਼ੁਰੂ ਕੀਤੀ ਹੈ, ਨਾਲ ਸਾਡੇ ਪੱਠੇ ਵੀ ਢੋ। ਉਹ ਜਦੋਂ ਵੀ ਮੰਗ ਸ਼ੁਰੂ ਕਰਦੇ ਆ ਨਾ ਨਵੀਂ ਨੈਗੋਸ਼ੀਏਸ਼ਨ, ਤਾਂ ਉਹ 2 ਮੰਗਾਂ ਹੋਰ ਲੈ ਆਉਂਦੇ ਆ। ਹਾਂਜੀ, ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਉਹਨਾਂ ਦਾ ਜਿਹੜਾ ਪੱਲੜਾ ਵੈਸੇ ਵੀ ਭਾਰੀ ਹੈਗਾ ਹੀ ਆ, ਤੇ ਉਹਨਾਂ ਦੀ ਗੱਲ ਸੁਣੀ ਜਾਓ ਕਿਉਂਕਿ ਉਹਨਾਂ ਦੀ ਹੁਣ ਮਜਬੂਰੀ ਬਣੀ ਹੋਈ ਆ। ਜਿਹੜਾ ਬੰਦਾ ਥੱਲੇ ਪਿਆ ਆ, ਜਿਹੜਾ ਟਿੱਠਾ ਆ, ਉਹਨੂੰ ਜੋ ਮਰਜ਼ੀ ਕਹੀ ਜਾਵੇ। ਹਾਂਜੀ, ਥੱਲੇ ਵਾਲਾ ਬੰਦਾ ਜਿਹੜਾ ਉੱਠਣਾ ਚਾਹੁੰਦਾ ਉਹ ਤਾਂ ਇਹੀ ਕਹਿੰਦਾ ਭਾਈ ਮੇਰੇ ਗੋਡਾ ਚੱਕ ਤੇ ਫਿਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ। ਹਾਂਜੀ, ਬਿਲਕੁਲ। ਉਹ ਹੁਣ ਥੱਲੇ ਪਏ ਵਿਚਾਰੇ ਇਹ ਸਾਰੀਆਂ ਗੱਲਾਂ ਮੰਨ ਰਹੇ ਜੀ ਜੀ ਮੰਨ ਇਸ ਕਰਕੇ ਰਹੇ ਹੁਣ। ਪਰ ਜੇ ਇਤਿਹਾਸਕ ਤੌਰ ਤੇ ਉਹ ਪਹਿਲਾਂ ਹੀ ਦੇਖਦੇ ਕਿ ਟਰਕੀ ਵਾਲੇ ਨੇਟੋ ਦੇ ਮੈਂਬਰ ਸੀ, ਉਹਨਾਂ ਦੀਆਂ ਮਿਸਲਾਂ ਚੱਕ ਕੇ ਜਿਹੜੀਆਂ ਇਹਨਾਂ ਨੇ ਲਾਈਆਂ ਸੀ ਇਹ ਚੱਕ ਕੇ ਪਿੱਛੇ ਨੂੰ ਲੈ ਆਏ, ਸਿਰਫ ਇਸੇ ਕਰਕੇ ਆਪਣੇ ਡਰੋਂ ਕਿ ਸਾਡੇ ਗੁਆਂਢ ਦੇ ਵਿੱਚ ਕਿਊਬਾ ਦੇ ਵਿੱਚ ਮਿਸਲਸ ਆ ਗਈਆਂ।
ਬਹੁਤੇ ਲੋਕਾਂ ਜਦੋਂ ਤੁਸੀਂ ਪੜ੍ਹਦੇ ਆ ਨਾ, ਉਹ ਟ੍ਰੀਟੀ ਸਾਈਨ ਕੀਤੀ ਆ ਕੈਨੇਡੀ ਨੇ ਤਾਂ ਖਰੁਸ਼ਚੋਵ ਨੇ, ਉਹ ਟ੍ਰੀਟੀ ਦੀਆਂ ਧਾਰਾਵਾਂ ਸਾਰੀਆਂ ਪੜ੍ਹੋ। ਸਭ ਤੋਂ ਪਹਿਲਾਂ ਉਹਨਾਂ ਕਹਿੰਦੇ ਵੀ ਤੁਸੀਂ ਟਰਕੀ ਤੋਂ ਚੱਕੋ। ਜੀ ਡਾਕਟਰ ਸਾਹਿਬ, ਹੁਣ ਰੁਖ ਕਰਦੇ ਹਾਂ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਪਾਕਿਸਤਾਨ ਦੇ ਨਾਲ। ਐਨਾਲਿਸਟ ਦਾ ਕਹਿਣਾ ਹੈ ਕਿ ਪਾਕਿਸਤਾਨ 2 ਬੇੜੀਆਂ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਇਹ ਪੂਰੀ ਖਬਰ ਹੈ ਕਿ ਕਿਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਕਿਹਾ? ਦੇਖੋ, ਯੂਕਰੇਨ ਤੇ ਰਸ਼ੀਆ ਦੀ ਲੜਾਈ ਨੇ ਜਿੱਥੇ ਕਿ ਡੋਮੈਸਟਿਕ ਪੰਗੇ ਪਾਤੇ ਕਈਆਂ ਦੇਸ਼ਾਂ ਦੇ ਵਿੱਚ, ਸਾਡੇ ਲਈ ਖਾਸ ਤੌਰ ਤੇ ਇੱਥੇ ਕੀਮਤਾਂ ਵੱਧ ਰਹੀਆਂ ਨੇ, ਔਰ ਇੰਡੀਆ, ਪਾਕਿਸਤਾਨ, ਚਾਈਨਾ, ਇਹਨਾਂ ਲਈ ਵੀ ਇੱਕ ਫੋਰਨ ਪਾਲਿਸੀ ਲਈ ਇਸ਼ੂ ਆ ਗਈ ਹੈ ਕਿ ਉਹਨਾਂ ਨੇ ਐਬਸਟੇਨ ਕਰ ਦਿੱਤਾ। ਹੁਣ ਇੰਡੀਆ ਨੇ ਵੀ ਐਬਸਟੇਨ ਕੀਤਾ ਵੀ ਨਾ ਅਸੀਂ ਯੂਕਰੇਨ ਦੇ ਹੱਕ 'ਚ ਹਾਂ, ਨਾ ਰਸ਼ੀਆ ਦੇ ਹੱਕ 'ਚ ਹਾਂ ਜੀ। ਉਹ ਰਸ਼ੀਆ ਵਾਲੇ ਤਾਂ ਅਪਰੀਸ਼ੀਏਟ ਕਰਦੇ ਇਸ ਗੱਲ ਨੂੰ ਵੀ ਤੁਸੀਂ ਐਬਸਟੇਨ ਕੀਤਾ, ਚੰਗਾ ਕੀਤਾ। ਪਾਕਿਸਤਾਨ ਨੇ ਵੀ ਕੀਤਾ। ਤੇ ਜਿਹੜੇ ਅਮਰੀਕਾ ਵਾਲੇ ਆ, ਇਹ ਰੈਜ਼ੋਲੂਸ਼ਨ ਇਹਨਾਂ ਨੇ ਲੈ ਕੇ ਆਂਦੇ ਸੀ ਤੇ ਇਹ ਚਾਹੁੰਦੇ ਸੀ ਵੀ ਪਾਕਿਸਤਾਨ ਵਾਲੇ ਸਾਡੇ ਹੱਕ ਦੇ ਵਿੱਚ ਵੋਟ ਪਾਉਣ, ਯੂਕਰੇਨ ਦੇ ਹੱਕ ਦੇ ਵਿੱਚ ਵੋਟ ਪਾਉਣ, ਰਸ਼ੀਆ ਦੀ ਨਿਖੇਧੀ ਕਰਨ। ਪਰ ਇਮਰਾਨ ਖਾਨ ਨੇ ਇਹ ਗੱਲ ਨਹੀਂ ਕੀਤੀ ਔਰ ਨਰਿੰਦਰ ਮੋਦੀ ਨੇ ਵੀ ਇਹ ਗੱਲ ਨਹੀਂ ਕੀਤੀ। ਹੁਣ 2 ਦੇਸ਼ਾਂ ਨੇ ਵੈਸੇ ਤਾਂ ਇੱਕੋ ਹੀ ਸਟੈਂਡ ਲਿਆ, ਪਰ ਇੱਕ ਤੇ ਪ੍ਰੈਸ਼ਰ ਜ਼ਿਆਦਾ ਪਾਇਆ, ਇੱਕ ਤੇ ਘੱਟ ਪਾਇਆ। ਜੀ ਬਿਲਕੁਲ। ਹੁਣ ਇਹਦੀ ਜਿਹੜੀ ਬੈਕਗਰਾਉਂਡ ਆ ਉਹ ਦੇਖਣੀ ਚਾਹੀਦੀ ਹੈ ਕਿ ਜਦੋਂ ਕੋਲਡ ਵਾਰ ਲੱਗੀ ਆ ਦੁਨੀਆ ਦੀ ਦੂਜੀ ਜੰਗ ਦੇ ਬਾਅਦ, ਉਸ ਵੇਲੇ ਜਦੋਂ ਨੇਟੋ ਬਣਾਈ ਇਹਨਾਂ ਨੇ, ਤਾਂ ਇਹਨਾਂ ਦਾ ਮਨ ਦੇ ਵਿੱਚ ਇਹ ਸੀ, ਅਮਰੀਕਾ ਦੇ ਤਾਂ ਪੱਛਮੀ ਯੂਰਪ ਦੇ ਵਿੱਚ, ਖਾਸ ਤੌਰ ਤੇ ਅਮਰੀਕਾ ਦੀ ਫੋਰਨ ਪਾਲਿਸੀ, ਕਿ ਜੇ ਤੁਸੀਂ ਸਾਡੇ ਨਾਲ ਨਹੀਂ ਆ ਫਿਰ ਤੁਸੀਂ ਸਾਡੇ ਖਿਲਾਫ ਆ, ਡਟ ਕੇ ਖੜੋ ਸਾਡੇ ਨਾਲ। ਔਰ ਪਾਕਿਸਤਾਨ ਖੜਿਆ ਇਹਨਾਂ ਦੇ ਨਾਲ, ਸੈਂਟੋ, ਸੀਟੋ, ਬਗਦਾਦ ਪੈਕਟ ਦਾ ਮੈਂਬਰ ਬਣਿਆ, ਜਿਹੜੇ ਕਿ ਨੇਟੋ ਕੰਟਰੀਜ਼ ਨੇ ਸਪਾਂਸਰ ਕੀਤੇ ਹੋਏ ਸੀ, ਸੈਂਟਰਲ ਏਸ਼ੀਅਨ ਟ੍ਰੀਟੀ ਆਰਗੇਨਾਈਜੇਸ਼ਨ, ਬਗਦਾਦ ਪੈਕਟ। ਤਾਂ ਇਹ ਬਿਲਕੁਲ ਅਮਰੀਕਨ ਧੜੇ ਦੇ ਵਿੱਚ ਸੀ, ਰਸ਼ੀਆ ਦੇ ਖਿਲਾਫ ਸੀ। ਇੰਡੀਆ ਵਾਲੇ ਇਹ ਕਹਿ ਰਹੇ ਸੀ ਕਿ ਨਹੀਂ ਅਸੀਂ ਨਹੀਂ ਕਿਸੇ ਵੱਲ ਜਾਣਾ, ਉਹ ਉਹੀ ਐਬਸਟੇਨ ਕਰਨ ਵਾਲੇ ਸੀ ਕਿ ਨਾ ਅਸੀਂ ਉਧਰ ਜਾਣਾ ਨਾ ਇੱਧਰ ਜਾਣਾ, ਕਿਉਂਕਿ ਅਮਰੀਕਾ ਵਾਲਿਆਂ ਦੀ ਇਹ ਸ਼ਰਤ ਸੀ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਸਾਡੇ ਦੁਸ਼ਮਣ ਦੇ ਖਿਲਾਫ ਨਾਲ ਆ ਤੁਸੀਂ। ਅੱਛਾ, ਰਸ਼ੀਆ ਵਾਲਿਆਂ ਦੀ ਕਿਉਂਕਿ ਉਹਨਾਂ ਨੂੰ ਐਲਾਈਜ਼ ਚਾਹੀਦੀਆਂ ਸੀ ਉਦੋਂ, ਉਹਨਾਂ ਨੇ ਫੋਰਨ ਪਾਲਿਸੀ ਦੀ ਨੀਤੀ ਬਣਾਈ, ਜੇ ਤੁਸੀਂ ਦੁਸ਼ਮਣ ਦੇ ਨਾਲ ਨਹੀਂ ਸਾਡੇ ਨਾਲ ਤਾਂ ਫਿਰ ਤੁਸੀਂ ਸਾਡੇ ਫਰੈਂਡ ਹੀ ਆ। ਬੇਸਿਕ ਜਿੰਨਾ ਚਿਰ ਤੁਸੀਂ ਸਾਡੇ ਦੁਸ਼ਮਣ ਦੇ, ਜੇ ਤਾਂ ਉਹਨਾਂ ਦੇ ਨਾਲ ਜਾ ਕੇ ਖੜ ਜਾਣੇ ਜਿੱਦਾਂ ਪਾਕਿਸਤਾਨ ਵਾਲੇ ਖੜੇ ਸੀ, ਫਿਰ ਸਾਨੂੰ ਕੋਈ ਤਕਲੀਫ ਨਹੀਂ। ਸੋ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਇੰਡੀਆ ਦੀ ਸਿਕਿਉਰਿਟੀ ਕਾਉਂਸਲ 'ਚ ਵੀ ਮਦਦ ਕੀਤੀ। ਈਵਨ ਇੱਥੋਂ ਤਾਈਂ ਆਏ ਜਦੋਂ 1971 ਦੇ ਵਿੱਚ ਲੜਾਈ ਲੱਗਣ ਲੱਗੀ, ਉੱਥੇ ਇਹਨਾਂ ਦਾ 7ਵਾਂ ਬੇੜਾ ਗਿਆ ਸੀ ਤੇ ਸ਼ੱਕ ਕੀਤੀ ਜਾਂਦੀ ਸੀ। ਨਿਕਸਨ ਨੇ ਆਰਡਰ ਕੀਤਾ ਸੀ ਕਿ ਤੁਸੀਂ ਇੰਡੀਅਨ ਫੋਰਸਸ ਤੇ ਅਟੈਕ ਕਰੋ, ਤੇ ਉਸ ਵੇਲੇ ਰਸ਼ੀਅਨ ਫੋਰਸਸ ਨੇ ਆਈਆਂ। ਜਿਹੜਾ ਹੁਣ ਡਾਕੂਮੈਂਟਸ ਰਿਲੀਜ਼ ਕੀਤੇ ਆ ਬਾਅਦ ਦੇ ਵਿੱਚ, ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ, ਜਿਹੜਾ ਐਡਮਿਰਲ ਇੰਚਾਰਜ ਸੀਗਾ ਉੱਥੇ ਇੰਡੀਅਨ ਓਸ਼ਨ ਦਾ, ਉਹ ਕਹਿੰਦਾ ਕਿ ਮੈਨੂੰ ਹੁਕਮ ਸੀ ਬ੍ਰੈਜਨੇਵ ਵੱਲੋਂ, ਉਹਨਾਂ ਦੀ ਪੋਲਿਟ ਬਿਊਰੋ ਵੱਲੋਂ, ਕਿ ਜੇ ਲੜਾਈ ਲੱਗਦੀ ਹੈ ਕੋਈ ਗੱਲ ਨਹੀਂ, ਪਰ ਹਿੰਦੁਸਤਾਨ ਤੇ ਇਹਨਾਂ ਦੀ ਫੌਜ ਨੂੰ ਅਟੈਕ ਨਾ ਕਰਨੀ। ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਮੁੰਦਰੀ ਇਹਨਾਂ ਦਾ ਬੇੜਾ ਗਿਆ, ਉਹਦੇ ਦੁਆਲੇ ਇੱਕਦਮ ਫਿਰ ਸੋਵੀਅਤ ਯੂਨੀਅਨ ਦੀਆਂ ਪਣਡੁੱਬੀਆਂ ਬਾਹਰ ਨਿਕਲ ਆਈਆਂ। ਉਹ ਉਹਨਾਂ ਨੂੰ ਦੱਸਣ ਲਈ ਸੀ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਸੋ ਇਦਾਂ ਦੀ ਗੱਲ, ਉਹ ਜਿਹੜੀ ਬੈਕਗਰਾਉਂਡ ਹੈ ਹਿੰਦੁਸਤਾਨ ਦੀ ਖਾਸ ਤੌਰ ਤੇ, ਉਹ ਸੀ ਡਿਪੈਂਡੈਂਸੀ ਸੋਵੀਅਤ ਯੂਨੀਅਨ ਦੇ ਉੱਤੇ, ਔਰ ਉਹ ਵੱਧਦੀ ਤੋਂ ਵੱਧ ਹੀ ਗਈ, ਕਿਉਂਕਿ ਸਾਡਾ ਇੱਕੋ ਹੀ ਦੇਸ਼ ਸੀ ਜਿਹਦੇ ਨਾਲ ਅਸੀਂ ਰੂਬਲ ਦਾ ਰੁਪਈਏ ਦੇ ਵਿੱਚ ਟ੍ਰੇਡ ਕਰ ਸਕਦੇ ਸੀ। ਅੱਜ ਵੀ ਉਹ ਹੀ ਆ। ਹੁਣ ਵੀ ਜੇ ਰਸ਼ੀਆ ਦਾ ਤਾਂ ਇੰਡੀਆ ਦਾ ਟ੍ਰੇਡ ਹੁੰਦਾ, ਉਹ ਰੁਪਈਆਂ ਦੇ ਵਿੱਚ ਤਾਂ ਰੂਬਲਾਂ ਦੇ ਵਿੱਚ ਹੁੰਦਾ। ਹਾਂ, ਹਾਲੇ ਉਹਨੂੰ ਮੇਜਰ ਇੰਨਾ ਹੀ ਕਰਦੇ US ਡਾਲਰ ਦੇ ਨਾਲ ਕਿ US ਡਾਲਰ ਦਾ ਕਿੰਨੇ ਰੁਪਈਏ ਮਿਲਦੇ ਆ ਤੇ ਕਿੰਨੇ ਰੂਬਲ ਮਿਲਦੇ ਆ। ਫਿਰ ਦੂਸਰੀ ਗੱਲ ਸੀ ਕਿ ਇੱਕ ਸਮੇਂ ਇੰਡੀਆ ਸਾਰੇ ਹਥਿਆਰ ਰੂਸ ਤੋਂ ਹੀ ਲੈਂਦਾ ਹੁੰਦਾ ਸੀ। ਹਾਂ, ਹੁਣ ਇੰਡੀਅਨ ਮਿਲਟਰੀ ਨੇ ਡਿਫੈਂਸ ਮਿਨਿਸਟਰੀ ਨੂੰ ਥੋੜੀ ਜਿਹੀ ਲੌਬੀ ਕੀਤੀ ਕਿ
ਇੱਕ ਹੀ ਗਾਹਕ ਨਹੀਂ ਰੱਖੀਦਾ ਹੁੰਦਾ। ਜੇ ਕੱਲ੍ਹ ਨੂੰ ਲੜਾਈ ਲੱਗ ਜਾਵੇ, ਉਹ ਸਾਨੂੰ ਹਥਿਆਰ ਬੰਦ ਕਰ ਦੇਣ ਜਾਂ ਉਹਨਾਂ ਦੇ ਪਾਰਟਸ ਬੰਦ ਕਰ ਦੇਣ, ਅਸੀਂ ਤਾਂ ਖੜ੍ਹ ਜਾਵਾਂਗੇ। ਸੋ ਇਸ ਕਰਕੇ ਸਾਨੂੰ ਉਹਨਾਂ ਨੇ ਡਿਵਰਸਿਫਾਈ ਸ਼ੁਰੂ ਕੀਤਾ ਕਿ ਫਰੈਂਚ ਤੋਂ ਵੀ ਲਓ, ਇੰਗਲੈਂਡ ਤੋਂ ਵੀ ਲਓ, ਹੋਰ ਨਾ ਅਮਰੀਕਾ ਤੋਂ ਵੀ ਲਓ। ਇਜ਼ਰਾਈਲ ਵਾਲੇ ਬਹੁਤ ਵੈਪਨ ਦਿੰਦੇ ਨੇ। ਹੁਣ ਇਸ ਵੇਲੇ ਵੀ ਇੰਡੀਆ ਵਾਲੇ ਜਿੰਨੇ ਵੀ ਇੰਪੋਰਟ ਕਰਦੇ ਨੇ ਹਥਿਆਰ, 50% ਅੱਜ ਵੀ ਰਸ਼ੀਆ ਤੋਂ ਕਰਦੇ ਜੀ। ਤੇ ਰਸ਼ੀਆ ਵਾਲੇ ਜਿੰਨੇ ਐਕਸਪੋਰਟ ਕਰਦੇ, ਬਹੁਤ ਵੱਡੀ ਗਿਣਤੀ 'ਚ ਹਥਿਆਰ ਐਕਸਪੋਰਟ ਕਰਦੇ, ਕਿਉਂਕਿ ਉਹਨਾਂ ਦੀ ਇੱਕ ਇੰਡਸਟਰੀ ਹੈ ਜਿਹੜੀ ਅਮਰੀਕਾ ਦੇ ਬਰਾਬਰ ਹੈ ਸ਼ਾਇਦ, ਉਹ ਹੈਗੀ ਹਥਿਆਰ ਬਣਾਉਣ ਦੀ। ਤੇ ਉਹ ਜਿੰਨੇ ਹਥਿਆਰ ਬਾਹਰ ਨੂੰ ਭੇਜਦੇ ਨੇ, ਉਹਦੇ 'ਚ ਤਕਰੀਬਨ ਚੌਥਾ ਹਿੱਸਾ ਇੰਡੀਆ ਨੂੰ ਜਾਂਦਾ, ਫਿਰ ਉਦੋਂ ਬਾਅਦ ਚਾਈਨਾ ਆਉਂਦਾ ਹੈ। ਚਾਈਨਾ ਵਾਲੇ ਸਾਡੇ ਨਾਲੋਂ ਘੱਟ ਖਰੀਦਦੇ ਨੇ ਰਸ਼ੀਆ ਤੋਂ, ਕਿਉਂਕਿ ਚਾਈਨਾ ਵਾਲੇ ਡੋਮੈਸਟਿਕਲੀ ਬਹੁਤ ਪ੍ਰੋਡਿਊਸ ਕਰ ਲੈਂਦੇ। ਹੁਣ ਰਹੀ ਗੱਲ ਪਾਕਿਸਤਾਨ ਦੀ, ਇਹ ਪਹਿਲਾਂ ਜ਼ਿਆਦਾ ਡਿਪੈਂਡੈਂਟ ਹੁੰਦੇ ਸੀ ਅਮਰੀਕਾ ਤੇ, ਪਰ ਚਾਈਨਾ ਦੇ ਨਾਲ ਇਹਨਾਂ ਦੇ ਰਿਲੇਸ਼ਨ ਪਾਕਿਸਤਾਨ ਦੇ ਜਿਹੜੇ ਆ, ਉਹ ਪਹਿਲਾਂ ਤੋਂ ਵਧੀਆ ਰਹੇ। 1971 ਦੀ ਲੜਾਈ ਦੇ ਵਿੱਚ ਨਿਕਸਨ ਨੇ ਐਕਚੁਅਲੀ ਚਾਈਨਾ ਵਾਲਿਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀਆਂ ਫੌਜਾਂ ਮੂਵ ਕਰੋ। ਜੇ ਉਹ ਫੌਜਾਂ ਤੁਸੀਂ ਪਹਿਲੀ ਤਾਂ ਗੱਲ ਉਹ ਕਹਿੰਦਾ ਸੀ, ਮੇਰੀ ਖਾਹਿਸ਼ ਤਾਂ ਇਹ ਹੈ ਕਿ ਤੁਸੀਂ ਅਟੈਕ ਕਰੋ। ਜੇ ਅਟੈਕ ਨਹੀਂ ਕਰਨਾ, ਕਮ ਸੇ ਕਮ ਆਪਣੀਆਂ ਫੌਜਾਂ ਦਾ ਨਾਰਥ ਉਹਨਾਂ ਦੇ ਬਾਰਡਰ ਤੇ ਲੈ ਕੇ ਜਾਓ, ਤਾਂ ਕਿ ਇੰਡੀਆ ਵਾਲੇ ਆਪਣੀਆਂ ਫੌਜਾਂ ਫਿਰ ਉੱਥੋਂ ਬੰਗਲਾਦੇਸ਼ ਚੋਂ ਕੱਢਣ ਤੇ ਉਹ ਨਾਰਥ ਨੂੰ ਮੂਵ ਕਰਨ। ਪਰ ਉਹ ਮਾਓ ਜ਼ੇਡੁੰਗ ਨੇ ਉਹ ਗੱਲ ਮੰਨੀ ਨਹੀਂ ਉਹਨਾਂ ਦੀ ਉਸ ਵੇਲੇ। ਪਰ ਜਿੰਨੀ ਵਾਰੀ ਵੀ ਪਾਕਿਸਤਾਨ ਨੂੰ ਲੋੜ ਪਈ ਆ, ਤਾਂ ਉਸ ਵੇਲੇ ਚਾਈਨਾ ਵਾਲੇ ਸਭ ਤੋਂ ਜ਼ਿਆਦਾ ਖੜੇ ਆ ਉਹਨਾਂ ਦੇ ਨਾਲ। ਟੈਸਟਡ ਫਰੈਂਡ ਜਿਹੜੇ ਚਾਈਨਾ ਵਾਲੇ ਆ। ਔਰ ਅੱਜ ਇਮਰਾਨ ਖਾਨ ਨੂੰ ਹੁਣ ਲੱਗਦਾ ਹੈ, ਕਿਉਂਕਿ ਹੁਣ ਥੋੜੀ ਜਿਹੀ ਸਿਚੁਏਸ਼ਨ ਬਦਲ ਗਈ ਹੈ। ਅਮਰੀਕਾ ਵਾਲੇ ਇਹ ਸੋਚਦੇ ਆ ਕਿ ਜੇ ਚਾਈਨਾ ਨੂੰ ਰੋਕਿਆ ਜਾ ਸਕਦਾ, ਜੇ ਚਾਈਨਾ ਨਾਲ ਮੇਨ ਕੰਪੀਟੀਸ਼ਨ ਆ, ਤੇ ਸਿਰਫ ਇੰਡੀਆ ਵਾਲੇ ਉਹਨਾਂ ਨੂੰ ਰੋਕ ਸਕਦੇ ਉੱਥੇ। ਹੁਣ ਇਹਨਾਂ ਦਾ ਅਲਾਇੰਸ ਜਿਹੜਾ ਬਣਿਆ, US, ਜਾਪਾਨ, ਆਸਟ੍ਰੇਲੀਆ, ਇੰਡੀਆ, ਇਹ 4 ਮੁਲਕਾਂ ਦਾ ਚਾਈਨਾ ਨੂੰ ਸਟਾਪ ਕਰਨ ਲਈ ਇਰਾਦਾ ਹੈ। ਸੋ ਉਹਦੀ ਸਿਚੁਏਸ਼ਨ ਦੇ ਵਿੱਚ ਪਾਕਿਸਤਾਨ ਤੋਂ ਇੱਕ ਡਿਲੇਮਾ ਆ ਕਿ ਹੁਣ ਅਸੀਂ ਜਾਈਏ ਕਿਹਦੇ ਨਾਲ। ਜੇ ਇਹਨਾਂ ਦੀ ਯਾਰੀ ਪੈ ਰਹੀ ਹੈ ਅਮਰੀਕਾ ਦੇ ਨਾਲ ਜ਼ਿਆਦੀ ਹੁਣ, ਤੇ ਇਹ ਆਪਣੀ ਪੁਰਾਣੀ ਯਾਰੀ ਵੀ ਨਹੀਂ ਤੋੜ ਰਹੇ ਉੱਥੇ ਰਸ਼ੀਆ ਨੂੰ। ਜੀ। ਅਮਰੀਕਾ ਵਾਲੇ ਤੇ ਪੱਛਮੀ ਯੂਰਪ ਵਾਲੇ ਇਹ ਗੱਲ, ਉਹ ਹੁਣ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਉਹਨਾਂ ਦੀਆਂ, ਉਹ ਕਹਿੰਦੇ ਅਸੀਂ ਸਮਝਦੇ ਹਾਂ ਕਿ ਇੰਡੀਆ ਵਾਲਿਆਂ ਨੇ ਕਿਉਂ ਐਬਸਟੇਨ ਕੀਤਾ। ਇਹ ਗੱਲ ਉਹ ਕਹਿੰਦੇ ਇਹ ਮਤਲਬ ਸਮਝਣ ਵਾਲੀ ਗੱਲ ਆ ਕਿ ਉਹਨਾਂ ਨੇ ਕਰ ਲਿਆ ਤਾਂ ਹੁਣ ਕੀ ਕਰ ਸਕਦੇ ਆ। ਕਿ ਉਹ ਪਹਿਲਾਂ ਜ਼ਿਆਦਾ ਡਿਪੈਂਡੈਂਟ ਰਸ਼ੀਆ ਤੇ ਹੁੰਦੇ ਸੀ, ਹੁਣ ਥੋੜੇ ਜਿਹੇ ਘਟਿਆ, ਪਰ ਫਿਰ ਵੀ ਉਹਨਾਂ ਦੇ ਹੱਕ 'ਚ ਵੋਟ ਨਹੀਂ ਪਾਈ ਇਹਨਾਂ ਨੇ ਜਦੋਂ 2014 'ਚ ਉਹਨਾਂ ਨੇ ਕ੍ਰਾਈਮੀਆ ਨੂੰ ਟੇਕ ਓਵਰ ਕੀਤਾ ਸੀ, ਉਦੋਂ ਵੀ ਇੰਡੀਆ ਨੇ ਉਹਨਾਂ ਦੀ ਸਪੋਰਟ ਕੀਤੀ ਸੀ। ਜੀ। 1980 ਦੇ ਵਿੱਚ ਜਦੋਂ ਅਫਗਾਨਿਸਤਾਨ ਵੀ ਗਏ ਆ, ਉਦੋਂ ਵੀ ਇੰਡੀਆ ਦਾ ਸਟੈਂਡ ਇਹੀ ਸੀ ਕਿ ਇਹਨਾਂ ਨੂੰ ਸੱਦਿਆ ਗਿਆ, ਉਹਨਾਂ ਨੇ ਕੋਈ ਨਿਖੇਧੀ ਨਹੀਂ ਕੀਤੀ। ਤੇ ਹੁਣ ਐਬਸਟੇਨ ਕੀਤਾ, ਕੋਈ ਮਾੜੀ ਗੱਲ ਨਹੀਂ, ਅਸੀਂ ਸਮਝਦੇ ਹਾਂ ਇਹ ਗੱਲ ਨੂੰ ਕਿ ਉਹਨਾਂ ਨੂੰ ਕਰਨਾ ਹੀ ਪੈਣਾ ਸੀ। ਸੋ ਉਹਨਾਂ ਨੂੰ ਦੋਹਾਂ ਧਿਰਾਂ ਦੀ ਰੱਖਣੀ ਪੈਂਦੀ ਹੈ। ਜਿਹੜੀ ਗੱਲ ਤੇ ਉਹਨਾਂ ਦਾ ਕਿੰਤੂ ਪ੍ਰੰਤੂ ਕਰ ਰਹੇ ਆ, ਉਹ ਇਮਰਾਨ ਖਾਨ ਤੇ ਕਰ ਰਹੇ ਆ। ਇਮਰਾਨ ਖਾਨ ਹੁਣ ਪਹਿਲਾਂ ਤਾਂ ਗਏ ਆ ਮਾਸਕੋ, ਜਾ ਕੇ ਆਏ। ਹਾਂਜੀ। ਲੜਾਈ ਤੋਂ ਪਹਿਲਾਂ ਹੀ ਜਾ ਕੇ ਆਏ। ਹਾਂਜੀ। ਤੇ ਦੂਸਰਾ ਇਹਨਾਂ ਨੇ ਅਬਸਟੇਨ ਕੀਤਾ ਸਿਕਿਉਰਿਟੀ ਕਾਉਂਸਲ ਦੇ ਵਿੱਚ, UN ਜਨਰਲ ਅਸੈਂਬਲੀ ਦੇ ਵਿੱਚ। ਤੇ ਉਹ ਫਿਰ ਅਮਰੀਕਾ ਵਾਲੇ ਤਾਂ ਪੱਛਮੀ ਯੂਰਪ ਵਾਲੇ ਔਖੇ ਹੋਏ। ਇਹਨਾਂ ਨੇ ਐਕਚੁਅਲੀ ਕਿਹਾ ਵੀ, ਇਹਨਾਂ ਨੇ ਚਿੱਠੀ ਵੀ ਲਿਖੀ ਹੈ ਕਿ ਤੁਸੀਂ ਆਹ ਕੰਮ ਕੀ ਕਰ ਰਹੇ ਹੋ। ਤੇ ਇਮਰਾਨ ਖਾਨ ਵੀ ਸ਼ਾਇਦ ਗੁੱਸਾ ਉਹਨਾਂ ਨੂੰ ਜ਼ਿਆਦਾ ਚੜ੍ਹ ਗਿਆ ਹੋਣਾ। ਇੱਕ ਤਾਂ ਗੁੱਸਾ ਆਇਆ ਕਿ ਉਹਨਾਂ ਨੂੰ ਅੰਦਰੂਨੀ ਤੌਰ ਤੇ ਉਹ ਥੋੜ੍ਹੇ ਜਿਹਾ ਅਨਪੋਪੂਲਰ ਹੋ ਗਏ ਕਿ ਜਿਹੜੀ ਚੜ੍ਹਾਈ ਉਹਨਾਂ ਦੀ ਅੱਜ ਤੋਂ 4 ਸਾਲ ਪਹਿਲਾਂ ਸੀ, ਉਹ ਹੈ ਨਹੀਂ ਹੁਣ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਆ ਰਿਹਾ ਆ। ਹੁਣ ਜਿਹੜੇ ਲੋਕੀ ਨਵਾਜ਼ ਸ਼ਰੀਫ ਨੂੰ ਕਹਿੰਦੇ ਸੀ ਕਿ ਇਹਨੂੰ ਫੜ ਕੇ ਇਹਨੂੰ ਜੇਲ੍ਹ 'ਚ ਦਿਓ, ਉਹ ਲੰਡਨ ਬੈਠੇ ਨੇ। ਹੁਣ ਉਹੀ ਲੋਕੀ ਕਹਿੰਦੇ ਨੇ ਉਹ ਨਵਾਜ਼ ਸ਼ਰੀਫ ਨੂੰ ਵਾਪਸ ਲੈ ਕੇ ਆਓ। ਜਦ ਪੁਰਾਣੀ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ
ਕੋਈ ਰਾਜਾ ਸੀ, ਉਹ ਬਹੁਤ ਤੰਗ ਕਰਦਾ ਸੀ ਲੋਕਾਂ ਦੇ, ਬਹੁਤ ਜ਼ੁਲਮ ਕਰਦਾ ਸੀ। ਜੇ ਕੋਈ ਸ਼ਹਿਰ 'ਚ ਵੜਿਆ ਤਾਂ ਵੀ ਟੈਕਸ, ਜੇ ਨਿਕਲਿਆ ਤਾਂ ਵੀ ਟੈਕਸ, ਜੇ ਕਿਸੇ ਨੇ ਵਿਆਹ ਕਰਾਇਆ ਤਾਂ ਵੀ ਟੈਕਸ, ਤਲਾਕ ਕੀਤਾ ਤਾਂ ਵੀ ਟੈਕਸ, ਮਤਲਬ ਹਰ ਇੱਕ ਚੀਜ਼ ਤੇ ਟੈਕਸ ਸੀ, ਹਰ ਇੱਕ ਚੀਜ਼ ਤੇ ਟੈਕਸ। ਤੇ ਉਹ ਫਿਰ ਮਰਨ ਲੱਗਾ ਤੇ ਉਹਨੇ ਆਪਣੇ ਪੁੱਤਰ ਨੂੰ ਲਾਗੇ ਬਿਠਾਇਆ। ਉਹ ਪੁੱਤ ਉਹਦਾ ਕਹਿੰਦਾ ਵੀ ਪਿਤਾ ਜੀ ਕੋਈ ਦੱਸੋ ਮੈਂ ਕੀ ਕਰਾਂ, ਆਖਰਕਾਰ ਤਾਂ ਤੁਸੀਂ ਪਿਓ ਆ ਮੇਰੇ। ਉਹ ਕਹਿੰਦਾ ਮੈਂ ਹੁਣ ਰੀਅਲਾਈਜ਼ ਤਾਂ ਕਰਦਾ ਵੀ ਮੈਂ ਬਹੁਤ ਜ਼ੁਲਮ ਕੀਤੇ ਆ, ਤੂੰ ਏਦਾਂ ਕਰੀ ਕਿ ਇਸ ਤਰ੍ਹਾਂ ਦਾ ਕੰਮ ਕਰੀ ਕਿ ਜਿਹਨਾਂ ਮੈਨੂੰ ਲੋਕੀ ਯਾਦ ਕਰਨ। ਉਹਨੇ ਵਾਅਦਾ ਕਰਤਾ, ਕਹਿੰਦਾ ਠੀਕ ਹੈ ਪਿਤਾ ਜੀ, ਮੈਂ ਏਦਾਂ ਦੇ ਕੰਮ ਕਰੂੰਗਾ ਜਿਹਦੇ ਨਾਲ ਲੋਕੀ ਤੁਹਾਨੂੰ ਯਾਦ ਕਰਨਗੇ। ਹੁਣ ਜਦ ਰਾਜ ਤਿਲਕ ਹੋਇਆ, ਉਸ ਤੋਂ ਬਾਅਦ ਸ਼ੁਰੂ ਹੋਈ, ਉਹਨੇ ਆਪਣੇ ਵਜ਼ੀਰ ਨੂੰ ਸੱਦਿਆ। ਉਹ ਕਹਿੰਦਾ ਏਦਾਂ ਕਰ ਵੀ ਅੱਧੇ ਟੈਕਸ ਤੱਕ ਖਤਮ ਕਰ ਹੁਣੇ, ਵੀ ਚੰਗੇ ਕੰਮ ਕਰੀਏ ਤਾਂ ਹੀ ਪਿਤਾ ਜੀ ਦਾ ਨਾਮ ਹੋਊ। ਉਹ ਕਹਿੰਦਾ ਵਜ਼ੀਰ ਕਹਿੰਦਾ, ਉਹ ਸਿਆਣਾ ਸੀ ਬੰਦਾ, ਕਹਿੰਦਾ ਤੁਸੀਂ ਇਹੀ ਲੋਕ ਚਾਹੁੰਦੇ ਆ, ਤੁਹਾਡੀ ਇਹੀ ਖਾਸ ਆ ਕਿ ਪਿਤਾ ਜੀ ਨੂੰ ਲੋਕੀ ਯਾਦ ਕਰਨ? ਕਹਿੰਦਾ ਹਾਂ। ਉਹ ਕਹਿੰਦਾ ਫਿਰ ਮੇਰੇ ਤੇ ਛੱਡ ਦਿਓ। ਉਹਨੇ ਛੱਡਿਆ। ਉਹ ਕਹਿੰਦਾ ਕਿੱਦਾਂ? ਉਹਨੇ ਟੈਕਸ ਤਾਂ ਉਹਨੇ ਵਜ਼ੀਰ ਨੇ ਰੱਖੇ, ਉਹਨੇ ਹੋਰ ਲਾਉਣੇ ਸ਼ੁਰੂ ਕਰ ਦਿੱਤੇ। ਜੇ ਤੁਸੀਂ ਆਪਣਾ ਮੁਰਦਾ ਫੂਕਣ ਚੱਲੇ ਸੀ ਤਾਂ ਵੀ ਟੈਕਸ, ਜੇ ਕਬਰਾਂ ਲੈ ਕੇ ਚੱਲੇ ਤਾਂ ਵੀ ਟੈਕਸ, ਹਰ ਚੀਜ਼ ਤੇ ਟੈਕਸ, ਤੇ ਜੇ ਉੱਥੇ ਫੁੱਲ ਚੜਾਉਣ ਚੱਲੇ ਤਾਂ ਵੀ ਟੈਕਸ। ਸੋ ਉਹ ਸਾਰੀਆਂ ਗੱਲਾਂ ਤੇ ਟੈਕਸ ਲਾਉਂਦਾ ਰਿਹਾ ਤਾਂ ਲੋਕੀ ਹੋਰ ਵੀ ਤੰਗ ਆ ਗਏ। ਲੋਕੀ ਫਿਰ ਗੱਲਾਂ ਕਰਨ ਸੱਥਾਂ 'ਚ ਬੈਠ ਕੇ, ਇਦੋਂ ਤਾਂ ਇਹਦਾ ਬਾਪ ਹੀ ਚੰਗਾ ਹੁੰਦਾ ਸੀ। ਹੁਣ ਇਮਰਾਨ ਖਾਨ ਤੋਂ ਲੋਕੀ ਇੰਨੇ ਕਿ ਅੱਕੇ ਪਏ ਨੇ, ਹੁਣ ਲੋਕੀ ਕਹਿੰਦੇ ਨਵਾਜ਼ ਸ਼ਰੀਫ ਹੀ ਚੰਗਾ ਸੀ। ਸੋ ਇਮਰਾਨ ਖਾਨ ਨੇ ਚੇਤੇ ਕਰਾਤਾ ਵੀ ਪਹਿਲਾਂ 4 ਸਾਲ ਪਹਿਲਾਂ ਕਹਿੰਦੇ ਸੀ ਉਹਨੂੰ ਜੇਲ੍ਹ 'ਚ ਦਿਓ, ਹਾਂਜੀ, ਹੁਣ ਕਹਿੰਦੇ ਕਿ ਉਹ ਆਵੇ ਤਾਂ ਪ੍ਰਾਈਮ ਮਿਨਿਸਟਰ ਬਣੇ। ਹਾਂਜੀ, ਹੁਣ ਵਾਪਸ ਲਿਆਉਣਾ ਚਾਹੁੰਦੇ ਆ। ਤੁਸੀਂ ਦੇਖਿਓ ਉਹਨੇ ਜਿੱਤ ਵੀ ਜਾਣਾ ਅਗਲੀ ਵਾਰ ਨੂੰ। ਹਾਂਜੀ, ਅੱਛਾ, ਹੁਣ ਵਾਪਸ ਆਉਣੇ ਅਮਰੀਕਾ ਵਾਲਿਆਂ ਦੀ ਕੀ ਪ੍ਰੋਬਲਮ ਹੈ ਕਿ ਇਹ ਇੱਕੋ ਹੀ ਸਟੈਂਡ ਪਾਕਿਸਤਾਨ ਦਾ ਆ ਐਬਸਟੇਨ ਕਰਨ ਦਾ, ਉਹੀ ਸਟੈਂਡ ਇੰਡੀਆ ਦਾ। ਇਹ ਇੰਡੀਆ ਵਾਲਿਆਂ ਨੂੰ ਤਾਂ ਇਹ ਕਹਿ ਰਹੇ ਕਿ ਅਸੀਂ ਸਮਝਦੇ ਹਾਂ। ਹਾਂਜੀ, ਹੁਣ ਪਾਕਿਸਤਾਨ ਨੂੰ ਜਿਹਨੂੰ ਆਪਣਾ ਐਲਏ ਸਮਝਦੇ ਹੁੰਦੇ ਸੀ ਪਹਿਲਾਂ, ਜਿਹੜਾ ਕਿ ਇਹਨਾਂ ਦੇ ਧੜਿਆਂ ਦੇ ਨਾਲ ਖੜਾ ਹੁੰਦਾ ਸੀ, ਉਹ ਹੁਣ ਉਧਰ ਜਾਂਦੇ ਆ, ਉਹ ਚੱਲ ਨਹੀਂ ਹੁੰਦੇ। ਆਪਣੇ ਗਾਣਾ ਨਹੀਂ ਹੁੰਦਾ ਸੀ ਇੱਕ, ਕਹਿੰਦੇ ਵੀ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਾਈਂ ਬੋਲ ਹੋਈ, ਲੋਕਾਂ ਦੀਆਂ ਵਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ। ਜੇ ਮੋਦੀ ਨੇ ਵੱਟਾ ਵੀ ਮਾਰਿਆ ਉਹਨਾਂ ਕੋਈ ਪੀੜ ਨਹੀਂ ਹੋਈ। ਜੇ ਇਮਰਾਨ ਖਾਨ ਨੇ 2 ਫੁੱਲ ਤੋੜ ਕੇ ਮਾਰਤੇ ਅਮਰੀਕਾ ਦੇ ਨਾ, ਉਹ ਬਹੁਤ ਤਕਲੀਫ ਹੋਈ ਹੈ। ਸੋ ਸਿਚੁਏਸ਼ਨ ਜਿਹੜੀ ਹੈ ਬਦਲ ਚੁੱਕੀ ਹੈ ਹੁਣ। ਹਾਂਜੀ, ਤੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਪਾਕਿਸਤਾਨ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਕਿ ਇੱਕ ਸਾਈਡ ਤੇ ਉਹਨਾਂ ਦਾ ਭਰੋਸੇਮੰਦ ਸਾਥੀ ਹੈ, ਦੂਜੀ ਸਾਈਡ ਤੇ ਟੈਸਟਡ ਫਰੈਂਡ ਹੈਗਾ। ਤੇ ਹੁਣ ਆਪਾਂ ਰੁੱਖ ਕਰਦੇ ਇੱਕ ਹੋਰ ਖਬਰ ਵੱਲ। ਇੱਕ ਸਟੱਡੀ ਦੇ ਮੁਤਾਬਕ ਆਪਾਂ ਗੱਲ ਕਰਦੇ ਲੇਟ ਲਤੀਫਾਂ ਬਾਰੇ। ਲੇਟ ਲਤੀਫਾਂ ਤੇ ਨਾ ਇੱਕ ਸਟੱਡੀ ਆਈ ਆ, ਉਹ ਕਹਿੰਦੇ ਆ ਵੀ ਜਿਹੜੇ ਕੁਝ ਲੋਕ ਹੁੰਦੇ ਆ ਇਹ ਉਹਨਾਂ ਦੀ ਹੈਬਿਟ ਹੀ ਹੁੰਦੀ ਆ, ਮਤਲਬ ਲੇਟ ਜਾਣਾ, ਪਰ ਉਹਨੂੰ ਉਹ ਕਹਿੰਦੇ ਨੇ ਵੀ ਉਹਨੂੰ ਬਦਲਿਆ ਜਾ ਸਕਦਾ। ਉਹ ਸਟੱਡੀ ਬਾਰੇ ਪਹਿਲਾਂ ਦੱਸੋ। ਇਹ ਜਿਹੜੀ ਕਿਤਾਬ ਆ ਇਹ ਟਾਈਮ ਬੈਂਡਰਸ ਗਾਈਡ ਟੂ ਵਾਈ ਵੀ ਆਰ ਲੇਟ ਜੀ, ਇਹ ਕਾਫੀ ਸਟੱਡੀਜ਼ ਲੈ ਕੇ ਉਹਨਾਂ ਸਾਰੀਆਂ ਸਟੱਡੀਆਂ ਦਾ ਸਾਰਾਂਸ਼ ਪੇਸ਼ ਕੀਤਾ। ਵੈਸੇ ਉਹ ਗੱਲ ਕੀਤੀ ਹੈ ਗ੍ਰੇਸ ਨੇ, ਜਿਹੜੇ ਇਹਨਾਂ ਦੇ ਆਥਰ ਨੇ। ਉਹ ਕਹਿੰਦੇ ਕਿ ਇਹ ਲੋਕਾਂ ਦੀ ਹੈਬਿਟ ਹੈ ਵੈਸੇ, ਕਈ ਕੰਮ ਤੇ ਜਾਣ ਨੂੰ ਲੇਟ ਹੋਣਗੇ। ਤੁਸੀਂ ਸਵੇਰ ਨੂੰ ਮੈਂ ਆਉਣਾ ਜਦੋਂ ਕੰਮ ਤੇ ਮੇਰੀ ਆਦਤ ਹੈ ਵੀ 50 ਦੀ ਸਪੀਡ ਹੈ ਤਾਂ 50 ਦੀ ਚਲਾਉਣੀ ਆ, 60 ਦੀ ਸਪੀਡ ਹੈ ਤਾਂ 60 ਤੇ ਚਲਾਉਣੀ ਹੈ। ਹੁਣ ਲੋਕਾਂ ਨੂੰ ਅੱਗ ਲੱਗੀ ਹੁੰਦੀ ਹੈ, ਵੈਸੇ ਉਹਨਾਂ ਨੂੰ ਅੱਗ ਇਹ ਲੱਗੀ ਹੁੰਦੀ ਵੀ ਇਹ ਸਪੀਡ ਤੇ ਕਿਉਂ ਚਲਾ ਰਿਹਾ। ਉਹ ਕਦੇ ਖੱਬੇ ਦੀ ਜਾਣਗੇ, ਕਦੇ ਮੈਨੂੰ ਹਾਰਨ ਮਾਰਨਗੇ, ਕਦੇ ਕਰਨੀ। ਅੱਛਾ, 2-4 ਤੁਸੀਂ ਸਟਰੀਟ ਲਾਈਟਸ ਪਾਰ ਕਰ ਜਾਂਦੇ ਆ, ਉਹ ਫੇਰ ਦੇਖਦੇ ਕਿ ਬਰਾਬਰ ਹੀ ਹਲੇ ਖੜਾ ਹੈ, ਇੰਨਾ ਜ਼ਿਆਦਾ ਕਾਲਾ ਸੀ ਤਾਂ ਬੈਠਾ ਇੱਥੇ ਹੀ ਹਲੇ। ਉਹ ਲੇਟ ਉੱਠਿਆ ਹੋਣਾ ਤੇ ਪਹੁੰਚਣਾ ਹੋਣਾ ਟਾਈਮ ਤੇ। ਹਾਂਜੀ, ਏਦਾਂ ਵੀ ਹੁੰਦੀ ਹੈ ਨਾ ਪਹਿਲਾਂ। ਹਾਂਜੀ, ਪਹਿਲਾਂ ਤਾਂ ਸਮੇਂ ਸਿਰ ਉੱਠ ਕੇ ਤਿਆਰ ਹੋਣਾ ਨਹੀਂ, ਤੇ ਉਸ ਤੋਂ ਬਾਅਦ ਫਿਰ ਇਹ ਹੁੰਦਾ ਵੀ ਜਿਹੜਾ ਰਸਤਾ ਹੁੰਦਾ ਨਾ ਬੰਦਾ ਉੜ ਕੇ ਪਹੁੰਚ ਜਾਵੇ, ਬਸ
ਕੋਈ ਨਾ ਕੋਈ ਹੋਵੇ, ਤੁਹਾਡੇ ਤੋਂ ਕਾਫੀ ਬਣਾਉਣ ਦਾ ਟਾਈਮ ਹੈ ਨਹੀਂ। ਹੁਣ ਜੇ ਤੁਸੀਂ ਇੱਥੇ ਸੱਦ ਲਓ ਕਿਸੇ ਨੂੰ, ਕਹਿੰਦੇ ਆਫਿਸ ਦੇ ਵਿੱਚ ਆ ਜਾ, ਤਾਂ ਤੇਰੇ ਲਈ 15,000 ਦੀ ਚੈੱਕ ਪਈ ਹੈ, ਤੁਸੀਂ ਕਿਉਂ 10 ਵਜੇ ਆਇਆ, ਉਹ ਬੰਦਾ 9:45 ਇੱਥੇ ਪਾਰਕਿੰਗ ਲੋਟ 'ਚ ਬੈਠਾ ਹੋਊਗਾ, ਵੇਟ ਕਰਦਾ ਹੋਣਾ। ਹਾਂਜੀ, ਉਹ 10 ਵਜੇ ਪੂਰੇ ਐਨ ਤੁਹਾਡੇ ਖੜਕਾ ਦੂਗਾ, ਅੱਬਲ ਤਾਂ ਪਹਿਲਾਂ ਹੀ। ਜੀ ਉਹੀ ਗੱਲ ਹੈਗੀ ਹੈ ਨਾ ਕਿ ਜਿੱਥੋਂ ਤਾਂ ਮਤਲਬ ਕਿ ਕੋਈ ਸਾਨੂੰ ਫਾਇਦੇ ਦੀ ਗੱਲ ਹੁੰਦੀ, ਪੈਸਾ ਮਿਲਣਾ, ਫਾਇਦਾ ਆ, ਉੱਥੇ ਟਾਈਮ ਸਿਰ ਜਾਂਦਾ ਬੰਦਾ। ਹਾਂਜੀ, ਤਾਂ ਜਿੱਥੇ ਹੈਗੀ ਹੈ, ਤੁਸੀਂ ਇੱਕ ਜ਼ਿੰਦਗੀ ਜੇ ਦੇਖਣ ਵਾਲੀ ਗੱਲ ਹੈ, ਜੇ ਤੁਹਾਨੂੰ ਕੋਈ ਸੱਦਦਾ ਆ, ਇਹ ਇੱਕ ਆਨਰ ਹੈ ਵੈਸੇ। ਹਾਂਜੀ, ਤੁਸੀਂ ਕਿਸੇ ਦੇ ਘਰ ਜਾਂਦੇ, ਮੈਂ ਕਹਿੰਦਾ ਤੂੰ ਮੇਰੇ ਘਰ ਡਿਨਰ ਤੇ ਆਈ, ਮੈਂ ਉਸ ਬੰਦੇ ਨੂੰ ਆਨਰ ਦੇ ਰਿਹਾ ਇੱਕ, ਜੀ, ਕਿ ਤੂੰ ਆ ਕੇ ਬੈਠੀ, ਆਪਣੇ ਪਰਿਵਾਰ ਨੂੰ ਲੈ ਕੇ ਆਈ, ਗੱਲਾਂ ਬਾਤਾਂ ਕਰਾਂਗੇ। ਉਹ ਬੰਦਾ ਇਸ ਗੱਲ ਨੂੰ ਬਿਲਕੁਲ ਮਾੜੀ ਗੱਲ ਸਮਝਦਾ, ਉਹਨੂੰ ਹੈਗੀ ਆ ਵੀ ਮੈਂ ਕਿਤੇ ਚੈੱਕ ਚੱਕਣ ਲਈ ਤਾਂ ਜਾ ਸਕਦਾ, ਪਰ ਆ ਤਾਂ ਉੱਥੇ ਬੈਠਣਾ ਹੀ ਆ। ਮਤਲਬ ਇਹ ਸੋਚਣ ਵਾਲੀ ਗੱਲ ਹੈ ਬੰਦੇ ਦੀ। ਪਸ਼ੂ ਬਿਰਤੀ ਮੈਂ ਕਹਿੰਦਾ ਹੁੰਦਾ, ਪਸ਼ੂਆਂ ਦੀ ਬਿਰਤੀ ਆ ਇਹ, ਕਿ ਉਹ ਬੰਦਾ ਸਮਝ ਹੀ ਨਹੀਂ ਸਕਿਆ ਕਿ ਸੱਭਿਅਕ ਮਨੁੱਖ ਨੇ ਤੈਨੂੰ ਸੱਦਿਆ ਆ, ਭਾਈ ਉਹਦਾ ਆਨਰ ਆ, ਉੱਥੇ ਆਨਰ ਤੇ ਜਾ। ਕਿਉਂਕਿ ਜੇ ਤੁਸੀਂ ਕਈ ਵਾਰੀ, ਹੁਣ ਤਾਂ ਪੈਂਡੈਮਿਕ ਕਰਕੇ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੋ ਗਿਆ ਮਾਹੌਲ, ਪਹਿਲਾਂ ਅਸੀਂ 4-5 ਪਰਿਵਾਰਾਂ ਨੂੰ ਇਕੱਠੇ ਸੱਦ ਲੈਂਦੇ ਹੁੰਦੇ ਵੀ ਜਿਨ੍ਹਾਂ ਦੀ ਮਿਜ਼ਾ ਮਿਲਦੀ ਹੈ ਇੱਕ ਦੂਜੇ ਨਾਲ। ਹਾਂਜੀ, ਹੁਣ ਉਹਨਾਂ ਦੇ ਵਿੱਚੋਂ 2 ਬੰਦੇ, 2 ਪਰਿਵਾਰ ਤਾਂ ਜਿਹੜੇ ਟਾਈਮ ਸਿਰ ਆ ਜਾਂਦੇ, ਤੇ ਬਾਕੀ ਦੇ 3 ਜਿਹੜੇ ਆ ਉਹਨਾਂ ਨੂੰ ਤੁਸੀਂ ਇੰਤਜ਼ਾਰ ਕਰੀ ਜਾਂਦੇ ਕਿ 7 ਵਜੇ ਸੱਦਿਆ ਹੀ, ਆਇਆ ਹੀ ਨਹੀਂ ਕੋਈ। ਹੁਣ ਇੱਥੇ ਜਿਹੜਾ ਅਸੀਂ ਘਰ ਪਹਿਲਾਂ ਖਾਣਾ ਬਣਾਉਂਦੇ ਆ, ਹੁਣ ਘਰ ਦੇ ਵਿੱਚ ਕੋਈ ਐਪੇਟਾਈਜ਼ਰ ਬਣਾ ਲੈਂਦੇ ਆ, ਤੇ ਉਹ ਉਦੋਂ ਹੀ ਚੰਗੇ ਲੱਗਦੇ ਆ। ਸਾਰਾ ਦਿਨ ਬੰਦਾ ਲੱਗਦਾ ਆ ਜਿਹੜਾ ਬਣਾਉਂਦਾ ਹੈ ਤੁਹਾਡੇ ਲਈ, ਕਿੰਨੀ ਮਿਹਨਤ ਕਰਦੇ ਆ। ਐਪੇਟਾਈਜ਼ਰ ਉਹ ਲੈ ਕੇ ਬੈਠੇ ਆ, ਹੁਣ 7 ਵਜੇ ਸੱਦਿਆ, ਕੋਈ 8 ਵਜੇ ਆਉਂਦਾ, ਕੋਈ 8:30 ਵਜੇ ਆਉਂਦਾ, ਫਿਰ ਬੰਦਾ ਸੋਚਦਾ ਕੀ ਇਹਨਾਂ ਨੂੰ ਐਪੇਟਾਈਜ਼ਰ ਖਿਲਾਉਣੇ ਆ, ਕੀ ਕਿਹੋ ਜਿਹਾ ਡਿਨਰ ਕਰਨਾ ਇਹਨਾਂ ਨੇ। ਫਿਰ ਉਹਨਾਂ ਨੂੰ ਅੱਗ ਲੱਗੀ ਹੁੰਦੀ ਹੈ, ਉਹ ਫਿਰ ਉਹ ਕਹਿਣਗੇ ਰੋਟੀ ਪਾਓ, ਤੁਸੀਂ ਰੋਟੀ ਖਾਣਾ ਹੈ, ਅਸੀਂ ਤਾਂ ਸੱਦਿਆ ਸੀ ਇਸ ਕਰਕੇ ਵੀ ਗੱਲਬਾਤ ਕਰੀਏ। ਮਤਲਬ ਇਹ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਤੁਸੀਂ ਜਾਓ, ਮੈਂ ਕਰੀ ਜ਼ਿੰਦਗੀ 'ਚ ਮੇਰਾ ਖਿਆਲ 21 ਵਾਰੀ ਲੇਟ ਹੋਇਆ ਹੋਣਾ। ਉਹ ਡਾਊਨਟਾਊਨ ਮੀਟਿੰਗ ਸੀ ਵੈਨਕੂਵਰ ਦੇ ਵਿੱਚ, ਬਹਾਨਾ ਫਿਰ ਘੜਨਾ ਪੈਂਦਾ, ਉਦੋਂ ਮਨ ਦੇ ਵਿੱਚ ਡਰ ਜਿਹਾ ਹੁੰਦਾ ਜ਼ਰੂਰ। ਅਗਲਿਆਂ ਨੂੰ ਪਤਾ ਲੱਗੇ ਚਾਹੇ ਨਾ ਪਤਾ ਲੱਗੇ, ਤੁਹਾਡੇ ਮਨ ਦੇ ਵਿੱਚ ਚੋਰ ਹੁੰਦਾ। ਬਹਾਨਾ ਵੀ ਵਧੀਆ ਕਰਨਾ ਪੈਂਦਾ ਜਿੱਤੇ ਬੰਦਾ ਯਕੀਨ ਕਰ ਲਵੇ। ਨਹੀਂ, ਕਈ ਵਾਰੀ ਘਟਿਆ ਵੀ ਘੱਟ ਹੋ ਜਾਂਦਾ। ਮੈਂ ਲੇਟ ਪਹੁੰਚਾ, ਮੀਟਿੰਗ ਸ਼ੁਰੂ ਸੀ ਤਾਂ ਦਰਵਾਜ਼ਾ ਖੁੱਲ੍ਹਾ ਸੀ, ਖੈਰ ਮੈਂ ਬਹਿ ਗਿਆ ਜਾ ਕੇ। ਉਸ ਤੋਂ ਬਾਅਦ ਜਦੋਂ ਕਾਫੀ ਬ੍ਰੇਕ ਹੋਇਆ ਤਾਂ ਜਿਹੜਾ ਬੰਦਾ ਚੇਅਰ ਕਰਦਾ ਸੀ, ਮੈਂ ਫਿਰ ਬਹਾਨਾ ਕਰਨਾ ਸੀ। ਕਾਲੀ ਤੇ ਮੇਰੇ ਮੂੰਹੋਂ ਨਿਕਲਿਆ, ਮੈਂ ਕਿਹਾ ਯਾਰ ਟ੍ਰੈਫਿਕ ਹੀ ਬਹੁਤ ਸੀ। ਉਹ ਮੈਨੂੰ ਕਹਿੰਦਾ ਤੂੰ ਕਿੰਨੇ ਦੇਰ ਦਾ ਰਹਿੰਦਾ ਵੈਨਕੂਵਰ? ਮੈਂ ਦੱਸੇ ਸਾਲ। ਮੈਂ ਕਿਹਾ ਇੰਨੇ ਸਾਲ। ਕਹਿੰਦਾ ਤੈਨੂੰ ਪਤਾ ਹੀ ਨਹੀਂ ਵੀ ਇੱਥੇ ਟ੍ਰੈਫਿਕ ਹੁੰਦਾ। ਫਿਰ ਮੈਂ ਸੋਚਾਂ ਵੀ ਮਾੜਾ ਹੀ ਬਹਾਨਾ ਘੜਿਆ, ਕੋਈ ਹੋਰ ਕਰਨਾ ਚਾਹੀਦਾ ਸੀ ਜ਼ਿਆਦਾ ਡਿਟੇਲਸ ਵਾਲਾ, ਜਿਵੇਂ ਆਪਣੇ ਮੇਅਰ ਸਾਹਿਬ ਨੇ ਸਟੋਰੀ ਬਣਾਈ ਸੀ। ਹਾਂ, ਇੰਨਾ ਤਜਰਬਾ ਹੁੰਦਾ ਤਾਂ ਚੰਗਾ ਘੜਦਾ, ਕਿਉਂਕਿ ਮੈਂ ਪਹਿਲੀ ਵਾਰ ਲੇਟ ਹੋਇਆ ਸੀ, ਇਸ ਕਰਕੇ ਮੈਂ ਬਹਾਨਾ ਵੀ ਬਹੁਤ ਹੀ ਮਾੜਾ ਘੜਿਆ। ਇਹ ਕੋਈ ਨਾ ਕੋਈ ਤੁਹਾਨੂੰ ਬਹਾਨਾ ਘੜਨਗੇ ਲੋਕ। ਵੈਸੇ ਕਾਮਨ ਹੀ ਹੈ ਜਦੋਂ ਕਿ ਲੇਟ ਹੋ ਜਾਂਦਾ ਨਾ, ਲੋਕੀ ਐਕਚੁਅਲੀ ਆਹੀ ਬਹਾਨਾ ਲਾਉਂਦੇ ਆ ਕਿ ਅੱਜ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਸੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਜ ਹੀ ਮੂਵ ਹੋਏ, ਜਾਂ ਤਾਂ ਮੈਨੂੰ ਦੱਸੋ ਵੀ ਸਵੇਰੇ 10 ਵਜੇ ਤੁਹਾਡੀ ਫਲਾਈਟ ਆਈ ਇੰਡੀਆ ਤੋਂ, ਪਹਿਲੀ ਵਾਰੀ ਤੁਸੀਂ ਵੈਨਕੂਵਰ ਆਏ, ਤੁਹਾਨੂੰ ਪਤਾ ਹੀ ਨਹੀਂ ਸੀ ਵੀ ਟ੍ਰੈਫਿਕ ਕਿੰਨਾ ਹੈ। ਜੇ ਤੁਸੀਂ ਉਸ ਸਿਟੀ ਦੇ ਵਿੱਚ ਰਹਿੰਦੇ ਹੋ, ਸ਼ਹਿਰ ਦੇ ਵਿੱਚ ਰਹਿੰਦੇ ਆ, ਹਰ ਇੱਕ ਬੰਦੇ ਨੂੰ ਪਤਾ, ਮੈਨੂੰ ਪਤਾ, ਮੈਂ ਕੰਮ ਤੇ ਆਉਣਾ ਇੱਥੇ, ਮੈਨੂੰ ਪਤਾ ਹੈ ਮੈਂ ਕਿੰਨੇ ਵਜੇ ਆਉਣਾ ਹੈ, ਕਿੰਨੇ ਵਜੇ ਤੁਰਨਾ ਹੈ। ਮੈਂ ਹਮੇਸ਼ਾ ਟਾਈਮ ਰੱਖ ਕੇ ਤੁਰਦਾ ਹੁੰਦਾ ਕਿ ਰਾਹ ਦੇ ਵਿੱਚ ਹੋ ਸਕਦਾ ਟ੍ਰੈਫਿਕ ਜ਼ਿਆਦਾ ਹੋਵੇ। ਅੱਜ ਮੈਂ ਸਵੇਰੇ ਆਇਆ 80 ਤੇ ਦਾ ਕਿੰਗ ਜਾਰਜ ਤੇ ਇੱਕ ਟਰੱਕ ਦੀ ਤਾਂ SUV ਦੀ ਟੱਕਰ ਹੋਈ ਸੀ, ਉਹਨਾਂ ਨੇ ਬੰਦ ਕੀਤਾ ਸੀ। ਖੈਰ ਮੈਂ ਤਾਂ ਰਾਈਟ ਟਰਨ ਹੀ ਕਰਨੀ ਸੀ, ਮੇਰੇ ਲਈ ਤਾਂ ਠੀਕ ਸੀ, ਪਰ ਉਹ ਕਿੰਗ ਜਾਰਜ ਵਾਲਾ ਸਾਰਾ ਟ੍ਰੈਫਿਕ ਬੰਦ ਸੀ, ਇੱਕ ਪਾਸੇ ਵਾਲਾ ਜੀ। ਸੋ ਇਹ ਤੁਹਾਨੂੰ ਪਤਾ ਨਹੀਂ ਹੁੰਦਾ, ਤੁਹਾਡਾ ਆਪਣਾ ਹੋ ਸਕਦਾ ਐਕਸੀਡੈਂਟ। ਮੈਂ ਹਮੇਸ਼ਾ ਕਹਿੰਦਾ ਉਹਨਾਂ ਦੋਸਤਾਂ ਨੂੰ
ਕਿ ਜੇ ਮੈਂ ਲੇਟ ਹੋ ਗਿਆ ਸਮਝ ਲਓ ਵੀ ਜਾਂ ਮੇਰਾ ਐਕਸੀਡੈਂਟ ਹੋਇਆ ਤੇ ਜਾਂ ਕਿਸੇ ਹੋਰ ਦਾ ਹੋਇਆ, ਇਸ ਕਰਕੇ ਮੈਂ ਲੇਟ ਹੋ ਸਕਦਾ। ਮੈਂ ਦੂਸਰਿਆਂ ਦਾ ਅਵੋਇਡ ਕਰ ਸਕਦਾ, ਜੇ ਕਿਤੇ ਐਕਸੀਡੈਂਟ ਹੋਇਆ ਮੈਂ ਹੋਰ ਰੂਟ ਲੈ ਲਵਾਂਗਾ। ਹਾਂਜੀ, ਪਰ ਜੇ ਮੇਰਾ ਹੀ ਹੋ ਗਿਆ ਤਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਜੀ, ਉੱਥੇ ਤਾਂ ਕੁਝ ਨਹੀਂ ਹੋ ਸਕਦਾ, ਰਾਈਟ। ਸੋ ਜੇ ਲੇਟ ਹੋਣਾ ਆ, ਕੋਈ ਰੀਜ਼ਨ ਨਹੀਂ, ਕੋਈ ਮਤਲਬ ਉਹ ਇਹ ਕਿਤਾਬ ਦਾ ਜਿਹੜਾ ਸਾਰਾਂਸ਼ ਆ ਉਹ ਬਾਅਦ ਦੇ ਵਿੱਚ ਉਹ ਲਿਖਦੇ ਆ, ਸਟੱਡੀਜ਼ ਪ੍ਰੂਵ ਕਰਦੀਆਂ ਕਿ ਤੁਸੀਂ ਇਹ ਬਿਹੇਵੀਅਰ ਆਪਣਾ ਚੇਂਜ ਕਰ ਸਕਦੇ ਆ। ਇਹ ਇਦਾਂ ਦੀ ਗੱਲ ਨਹੀਂ ਹੈ ਜਿੱਦਾਂ ਹੁਣ ਵਾਰਿਸ ਸ਼ਾਹ ਨੇ, ਵਾਰਿਸ ਸ਼ਾਹ ਲਿਖਦੇ ਨੇ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੂਰੀਆਂ ਜੀ। ਹੁਣ ਇਹ ਆਦਤ ਚਲੋ ਜਾਂ ਤਾਂ ਸਾਰੀਆਂ ਆਦਤਾਂ ਇਦਾਂ ਦੀਆਂ ਹੋਣ, ਆਦਤਾਂ ਵੀ ਚੇਂਜ ਆਪਣੇ ਲਾਲਚ ਦੇ ਹਿਸਾਬ ਨਾਲ ਕਰਦੇ ਆ। ਜੇ ਪੈਸੇ ਮਿਲਦੇ ਆ ਤਾਂ ਜਿਹੜੀ ਆਦਤ ਚੇਂਜ ਹੋ ਜਾਂਦੀ ਹੈ। ਤੇ ਜਿੱਥੇ ਐਕਚੁਅਲੀ ਤੁਹਾਨੂੰ ਰਿਸਪੈਕਟ ਕਿਸੇ ਦੀ ਕਰਨੀ ਚਾਹੀਦੀ ਹੈ, ਟਾਈਮ ਸਿਰ ਸ਼ੋ ਅਪ ਕਰਨਾ ਚਾਹੀਦਾ, ਤੇ ਉੱਥੇ ਜਾਣਾ ਨਹੀਂ। ਤੁਸੀਂ ਜਾ ਕੇ, ਅਸੀਂ ਇੱਕ ਮੇਰੇ ਦੋਸਤ ਆਏ ਸੀ, ਉਹਨਾਂ ਦੀ ਬੇਟੀ ਦਾ ਵਿਆਹ ਸੀ, ਉਹ ਬਿਲਕੁਲ ਹੀ ਬਹੁਤ ਹੀ ਅਰਲੀ ਮਾਰਨਿੰਗ ਉਹਨਾਂ ਨੇ ਕਿਹਾ ਕੋਈ ਗੁਰਦੁਆਰੇ ਕਰਨਾ ਸੀ, ਕੋਈ 8 ਵਜੇ ਦਾ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਗੁਰਦੁਆਰੇ ਪਹੁੰਚਣ ਦਾ। 8 ਵਜੇ ਅਸੀਂ ਚਲ ਗਏ ਉੱਥੇ। 8 ਵਜੇ ਅਸੀਂ ਜਾ ਕੇ ਬੈਠੇ ਰਹੇ ਗੁਰਦੁਆਰੇ, ਤਾਂ ਉੱਥੇ ਜਿਹੜਾ ਗਿਆਨੀ ਸੀ ਉਹ ਸੁੱਤਾ ਪਿਆ। ਗਿਆਨੀ ਸੁੱਤਾ ਪਿਆ। ਉਹਨੂੰ ਅਸੀਂ ਜਾ ਕੇ ਜਗਾਇਆ, ਕਹਿੰਦਾ ਤੁਸੀਂ 8 ਵਜੇ ਆ ਗਏ। ਅਸੀਂ ਕਿਹਾ ਸਾਨੂੰ 8 ਵਜੇ ਕਿਹਾ ਤੁਸੀਂ ਤਾਂ ਅਸੀਂ ਆ ਗਏ। ਹਾਂਜੀ। ਤੇ ਉਹ ਕਹਿੰਦਾ ਨਹੀਂ 8 ਵਜੇ ਜਿਹਨੇ ਕਿਹਾ ਹੁੰਦਾ ਆਉਂਦਾ ਨਹੀਂ ਹੁੰਦਾ। ਐਕਚੁਅਲੀ ਵੈਸੇ ਕਈ ਕੇਸਿਸ ਦੇ ਵਿੱਚ ਜੇ ਮਤਲਬ ਕਿਸੇ ਨੂੰ ਟਾਈਮ ਦਿੱਤਾ ਹੋਵੇ ਵੀ 7 ਵਜੇ ਆਉਣਾ, ਤਾਂ ਲੋਕੀ ਨਾ ਘਰ ਬੈਠੇ ਰਹਿੰਦੇ ਨੇ, 7 ਵਜੇ ਤਿਆਰ ਹੋਣਾ ਸ਼ੁਰੂ ਕਰਦੇ ਆ ਜੀ। ਮੇਰਾ ਇੱਕ ਸਟੂਡੈਂਟ ਆ ਫੋਰਨ ਸਰਵਿਸ ਦੇ ਵਿੱਚ, ਕੈਨੇਡੀਅਨ ਫੋਰਨ ਸਰਵਿਸ, ਉਹ ਕਹਿੰਦਾ ਮੈਂ ਉਹਦੀ ਇੰਡੀਆ ਪੋਸਟਿੰਗ ਹੋ ਗਈ ਕਰੀ, ਤਾਂ ਜੂਨੀਅਰ ਆਫਿਸਰ ਸੀ, ਮਤਲਬ ਉੱਪਰ ਆਏ ਉਹ ਤੋਂ ਬਥੇਰੇ ਹੋਣੇ। ਕਹਿੰਦਾ ਫਿਰ ਮੇਰੀ ਜੂਨੀਅਰ ਆਫਿਸਰ ਦੇ ਹੋਣ ਦੇ ਨਾਂ ਤੇ ਉਹ ਜਿਹੜੀ ਵੀ ਕੋਈ ਮਾੜੀ ਜਿਹੀ ਗੱਲ ਕਰਾਉਣੀ ਹੁੰਦੀ ਸੀ ਮੈਨੂੰ ਭੇਜ ਦਿੰਦੇ ਸੀ। ਕਿਤੇ ਬਹੁਤੇ ਡਿਨਰਜ਼ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਕਿ ਜਿੱਥੇ ਐਂਬੈਸਡਰ ਨਹੀਂ ਜਾਣਾ ਚਾਹੁੰਦਾ, ਡਿਪਟੀ ਐਂਬੈਸਡਰ ਨਹੀਂ ਜਾਣਾ ਚਾਹੁੰਦਾ, ਫਰਸਟ ਸੈਕਟਰੀ ਨਹੀਂ ਜਾਣਾ ਚਾਹੁੰਦਾ, ਉਹ ਚੱਕ ਕੇ ਕਹਿੰਦੇ ਚੱਲ ਸਟੀਵ ਤੂੰ ਜਾਇਆ ਉੱਥੇ। ਅੱਛਾ, ਉਹ ਜਾ ਕੇ ਉੱਥੇ ਕਹਿੰਦਾ ਮੈਂ ਪਹਿਲੀ ਵਾਰ ਗਿਆ 8 ਵਜੇ, ਕਹਿੰਦਾ ਉਹਨੇ ਲਿਖਿਆ 8 ਵਜੇ ਉੱਥੇ ਗਿਆ ਤਾਂ 8 ਵਜੇ ਕਹਿੰਦਾ ਜਿਹੜੇ ਚੇਅਰਸ ਰੱਖਣ ਵਾਲੇ ਆਏ ਸੀ, ਕਹਿੰਦਾ ਹੋਰ ਕੋਈ ਬੰਦਾ ਨਹੀਂ ਸੀ। 8 ਵਜੇ ਦਾ ਕਹਿੰਦਾ ਟਾਈਮ ਦਿੱਤਾ ਹੈ। ਹਾਂਜੀ, ਕੋਈ ਡਿਵੈਲਪਮੈਂਟ ਨਹੀਂ, ਕਹਿੰਦਾ ਉੱਥੇ ਕੋਈ ਰਿਸੀਵ ਕਰਨ ਵਾਲਾ ਨਹੀਂ ਜੀ। ਵੈਸੇ ਇਹ ਹੈ ਕਈ ਵਾਰੀ ਨਾ ਜਦੋਂ ਆਪਾਂ ਕਿਸੇ ਨੂੰ ਟਾਈਮ ਦਿੰਦੇ ਆ ਵੀ ਇੰਨੇ ਵਜੇ ਪਹੁੰਚਣਾ, ਮੈਨੂੰ ਯਾਦ ਆ ਮੈਂ ਨਾ ਇਹ ਗੱਲ ਆਪ ਸੁਣੀ ਆ, ਉਹ ਕਹਿੰਦੇ ਅੱਛਾ ਇੰਡੀਅਨ ਟਾਈਮ ਮੁਤਾਬਕ ਇੰਨੇ ਵਜੇ ਕਿ ਇੱਥੇ ਦਾ, ਕਿਉਂਕਿ ਕਈਆਂ ਦੇ ਮਨ ਦੇ ਵਿੱਚ ਹੁੰਦਾ ਵੀ ਜਿਹੜੇ ਅਸੀਂ ਪੰਜਾਬੀ ਲੋਕਾਂ ਜਾਂ ਇੰਡੀਅਨ ਲੋਕ ਅਸੀਂ ਲੇਟ ਹੀ ਜਾਂਦੇ ਆ, ਅਸੀਂ ਮਤਲਬ ਔਨ ਟਾਈਮ ਨਹੀਂ ਜਾਂਦੇ, ਬਹੁਤੇ ਜਿਹੜੇ ਲੋਕ ਹੁੰਦੇ ਆ, ਤਾਂ ਹੀ ਕਰਕੇ ਉਹ ਕਹਿੰਦੇ ਨੇ। ਉਹਦੇ ਨਾਲ ਇੱਕ ਗੱਲ ਹੋਰ ਜੋੜਨੀ ਚਾਹੀਦੀ ਹੈ, ਇੰਡੀਅਨ ਟਾਈਮ ਪੈਸੇ ਲੈਣ ਜਾਣਾ ਕਿ ਉਦਾਂ ਹੀ ਜਾਣਾ ਹੈ? ਜੀ, ਪੈਸੇ ਲੈਣ ਨੂੰ ਜ਼ਰੂਰ ਟਾਈਮ ਤੇ ਆਉਂਦੇ ਆ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਟਾਈਮ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ। ਡਾਕਟਰ ਸਾਹਿਬ ਹੁਣ ਅੱਜ ਦਾ ਵਿਚਾਰ ਦੱਸੋ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਕਿ ਹੀਰਾ ਗੋਹੇ ਦੇ ਵਿੱਚ ਪਿਆ ਵੀ ਹੀਰਾ ਹੀ ਹੁੰਦਾ, ਸੂਰ ਰੇਸ਼ਮੀ ਕੱਪੜਿਆਂ ਵਿੱਚ ਵੀ ਸੂਰ ਹੀ ਹੁੰਦਾ ਜੀ। ਬਿਲਕੁਲ। ਤੇ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਕੱਲ ਨੂੰ ਸਵੇਰੇ। ਤੁਸੀਂ ਸੁਣਦੇ ਰਹਿਣਾ ਰੇਡੀਓ ਇੰਡੀਆ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।